रूहानीयत दे मुजस्मे, दयालता दे सागर, रहमतां दे भंडार, हलत पलत के रखियक, गुरु गरीब निवाज। शब्द गुरु धन 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 सतगुरु श्री गुरु ग्रंथ साहिब जी महाराज। सतगुरु जी दी पावन पवित्र हजूरी विखे सत संगत रूप अंदर जुड़न दा सुभाग प्राप्त होया है। दर करदे सिख सेवक सत्कारयोग भाई अवतार सिंह जी, जो कि अकाल पुरख वाहिगुरु जी की किरपा दे सदका नगर कौंसल दी अपनी सर्विस तो सेवा मुक्त होए हन। सतगुरु सच्चे पातशाह महाराज जियां दा शुक्र शुक्र शुकराना करदियां होया सेवक परिवार वालों परसों दे रोज तो धुर की बाणी इलाही बाणी दे श्री अखंड पाठ साहिब अपने गृह विखे आरंभ करवाए। सतगुरां दी किरपा दे सदका भोग पए हन। उपरंत धन सतगुरु श्री गुरु रामदास साहिब सच्चे पातशाह महाराज जी दे दर करदे हजूरी कीर्तनीय गुरमुख प्यारियां ने आप जी नूं गुरु की बाणी दा कीर्तन सरवण करवाया है। आओ कुछ समा विचारां दी सांझ आप जी नाल पाउणी है। विचारां दी आरंभता तो पहलां एक बेनती है कि किरपा करके एकाग्रता बना करके बैठिए। आपां सतगुरु जी दी हजूरी विच बैठे हैं। दीन दुनी दे मालक धन गुरु ग्रंथ साहिब महाराज सच्चे पातशाह जी प्रकाशमान हन। और जे आपां संगत रूप विच बहना है तां साडा ये फर्ज बन जांदा है कि आपां मन नूं एकागर करिए, अपनी रसना नूं चुप दे लहजे विच लिया के केवल गुरु की बाणी ते गुरु के बचनां नूं ही सरवण करिए। सो आओ विचारां दी आरंभता तो पहलां मन बिरतियां दी एकाग्रता वास्ते सतगुरां दे चरनां विच अरदास करिए। अदबो सत्कार सहित फतेह बुलाओ। कहो जी वाहिगुरु जी का खालसा वाहिगुरु जी की फतेह। धन सतगुरु श्री गुरु अर्जन देव साहिब सच्चे पातशाह महाराज जियां दा पावन पवित्र बचन आप जी ने सरवण कीता। गुरमुख प्यारे बचन पढ़ रहे सन। लख खुशियां पातशाहियां जे सतगुर नदर करे, निमख एक हर नाम दे, मेरा मन तन शीतल होए। साहिब सच्चे पातशाह महाराज जी इस पवित्र शब्द के अंदर जिथे सानू गुरु की नदर बाबत बचन समझा रहे हैं, उथे साडे जीवन नू एक सुनेहा दे रहे हैं कि भलिया करता पुरख वाहिगुरु जी दे नाम विच जे मन जुड़ जाए, जे मन अंदर प्रभु हरि अकाल पुरख वाहिगुरु जी की याद वस जावे, जे वो निरंकार सच्चा पातशाह ਉਹਨੂੰ ਆਪਣੇ ਜੀਵਨ ਦਾ ਆਧਾਰ ਤੇ ਆਸਰਾ ਬਣਾ ਲਈਏ ਤੇ ਜਿੰਨੇ ਵੀ ਦੁਨਿਆਵੀ ਪਦਾਰਥ ਹਨ, ਜਿੰਨਾ ਕੁਝ ਦੁਨਿਆਵੀ ਤੌਰ ਤੇ ਇਨਸਾਨ ਚਾਹੁੰਦਾ ਹੈ, ਉਹ ਸਾਰਾ ਕੁਝ ਇਨਸਾਨ ਦੀ ਜ਼ਿੰਦਗੀ ਦੇ ਅੰਦਰ ਆਪਣੇ ਆਪ ਆ ਕੇ ਸ਼ਾਮਲ ਹੋ ਜਾਂਦਾ ਹੈ। ਅਸੀਂ ਜਿੰਨੇ ਵੀ ਸਰੀਰ ਬੈਠੇ ਹਾਂ, ਆਪਾਂ ਇਹ ਸਾਰੇ ਭਲੀ ਭਾਤ ਜਾਣਦੇ ਹਾਂ ਕਿ ਜਿਉਂ ਤੋਂ ਸਾਨੂੰ ਗੁਰੂ ਅੱਗੇ ਹੱਥ ਜੋੜਨੇ ਆਏ, ਤਿਉਂ ਨਾਲ ਹੀ ਸਾਡੀ ਬਿਰਤੀ ਸदैव ਮੰਗਣ ਦੀ ਰਹੀ ਹੈ। ਜਦੋਂ ਜਦੋਂ ਵੀ ਸਤਿਗੁਰੂ ਦੇ ਹਜ਼ੂਰ ਆਪਾਂ ਅਰਦਾਸ ਕੀਤੀ ਹੈ ਤੇ ਆਪਾਂ ਕੁਝ ਨਾ ਕੁਝ ਗੁਰੂ ਦੇ ਕੋਲੋਂ ਦਾਤ ਜ਼ਰੂਰ ਮੰਗੀ ਹੈ। ਇਹ ਵੱਖਰੀ ਗੱਲ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਿਯਮ ਤੇ ਸਿਧਾਂਤ ਦੇ ਅਨੁਸਾਰ ਸਤਿਗੁਰਾਂ ਨੇ ਸਾਨੂੰ ਮੰਗਣ ਦੀ ਜਾਚ ਦੱਸੀ ਤੇ ਨਾਲ ਇਹ ਵੀ ਦੱਸਿਆ ਵੀ ਗੁਰੂ ਕੋਲੋਂ ਮੰਗਣਾ ਕੀ ਚਾਹੀਦਾ। ਹਾਲਾਂਕਿ ਮਹਾਰਾਜ ਸਾਹਿਬ ਜੀ ਨੇ ਪਦਾਰਥਾਂ ਤੋਂ ਕਿਤੇ ਵੀ ਮਨੇ ਨਹੀਂ ਕੀਤਾ, ਸੰਸਾਰੀ ਸੁੱਖ ਮੰਗਣ ਤੋਂ ਕਿਤੇ ਵੀ ਸਤਿਗੁਰੂ ਨੇ ਸਿੱਖ ਨੂੰ ਵਰਜਿਆ ਨਹੀਂ ਹੈ। ਸਾਹਿਬ ਤਾਂ ਸਗੋਂ ਇਹ ਬਚਨ ਕਰਦੇ ਨੇ, ਜਿਤੜੇ ਫਲ ਮਨ ਵਾਂਛੀ ਹੈ ਤਿਤੜੇ ਸਤਿਗੁਰ ਪਾਸ,
ਜੋ ਵੀ ਸਾਡੇ ਮਨ ਵਿੱਚ ਇੱਛਾ ਪੈਦਾ ਹੋਵੇ, ਜੇ ਪਦਾਰਥਾਂ ਦੀ ਹੋਈ ਇੱਛਾ ਪੈਦਾ ਹੁੰਦੀ ਹੈ ਤਾਂ ਸਾਹਿਬ ਆਖਦੇ ਨੇ ਵੀ ਪਦਾਰਥਾਂ ਦੀ ਵੀ ਇਸ ਦਾਤੇ ਦੇ ਕੋਲ ਕੋਈ ਕਮੀ ਨਹੀਂ, ਪਰ ਉਹਨਾਂ ਪਦਾਰਥਾਂ ਨੂੰ ਵੀ ਕਿਵੇਂ ਸਤਿਗੁਰੂ ਦੇ ਕੋਲੋਂ ਪ੍ਰਾਪਤ ਕਰਨਾ ਹੈ, ਇਹਦਾ ਵੀ ਇੱਕ ਤਰੀਕਾ, ਇਹਦੀ ਵੀ ਇੱਕ ਜੁਗਤੀ ਹੈ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਇੱਕ ਬਚਨ ਹੈ, ਸਤਿਗੁਰ ਕਿਰਪਾ ਕਰਦੇ ਨੇ, ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਭਰੋਸਾ ਤੇ ਵਿਸ਼ਵਾਸ ਆਵੇ ਕਿ ਅਸੀਂ ਦਾਤਾ ਸਤਿਗੁਰੂ ਨੂੰ ਹੀ ਜਾਣਨਾ ਹੈ, ਕੇਵਲ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਜੀਵਨ ਦੇ ਅੰਦਰ ਦਾਤਾ ਬਣਾਈਏ। ਜਦੋਂ ਨਿਰੰਕਾਰ ਕਰਤਾ ਪੁਰਖ ਵਾਹਿਗੁਰੂ ਸਾਡਾ ਦਾਤਾ ਹੋਵੇਗਾ, ਸੱਚ ਕਰਕੇ ਜਾਣਿਓ, ਜੋ ਦਾਤ ਨਿਰੰਕਾਰ ਦੇ ਕੋਲੋਂ ਪ੍ਰਾਪਤ ਹੋਣੀ ਹੈ, ਉਸ ਦਾਤ ਦੇ ਮੁਕਾਬਲੇ ਦੁਨਿਆਵੀ ਕੋਈ ਦਾਤਾ, ਕੋਈ ਬੰਦਾ, ਕੋਈ ਰਿਸ਼ਤੇ ਨਾਤੇ ਤੁਹਾਡੀ ਤ੍ਰਿਪਤੀ ਨਹੀਂ ਕਰਾ ਸਕਦੇ। ਸਾਹਿਬ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਨੇ ਆਖਿਆ, ਸਤਿਗੁਰੂ ਦੇ ਨਾਲ ਸਾਂਝ ਬਣੇ, ਸ਼ਬਦ ਨਾਲ ਸਾਂਝ ਬਣ ਜਾਵੇ, ਆਪਣੇ ਹਿਰਦੇ ਅੰਦਰ ਕਰਤਾ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਵਸਾ ਲਈਏ, ਤਾਂ ਇੱਕ ਜਿਹੜੀ ਸ਼ਬਦ ਦੀ ਗੱਲ, ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋ ਨਾਮ ਜਪਣ ਧਿਆਉਣ ਦੀ ਵਿਥਿਆ ਹੈ, ਜਦੋਂ ਉਹਦੇ ਵਿੱਚ ਮਨ ਰੁੱਝ ਜਾਵੇ, ਸਾਹਿਬ ਕਹਿੰਦੇ ਫਿਰ ਪਦਾਰਥ 1 2 4 ਦੀ ਗੱਲ ਤਾਂ ਬਹੁਤ ਪਿੱਛੇ ਰਹਿ ਜਾਂਦੀ ਹੈ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਆਮ ਇਨਸਾਨ ਕੀ ਕਰਦਾ ਹੈ? ਪਦਾਰਥਾਂ ਦੇ ਮਗਰ ਮਗਰ ਦੌੜਦਾ ਹੈ। ਪਦਾਰਥਾਂ ਨੂੰ ਹਾਸਲ ਕਰਨ ਦੇ ਵਾਸਤੇ ਸਾਰਾ ਦਿਨ ਮਿਹਨਤ ਮੁਸ਼ੱਕਤ ਕਰਨੀ, ਸਾਰੀ ਜ਼ਿੰਦਗੀ ਆਪਣੀ ਜਿਹੜੀ ਹੈ ਉਹ ਸਰੀਰ ਦੀ ਮਿਹਨਤ ਵੱਲ ਲਾ ਦੇਣੀ, ਇਹ ਇਨਸਾਨ ਨੇ ਆਪਣਾ ਕਰਮ ਸਮਝਿਆ ਹੋਇਆ। ਪਰ ਜਦੋਂ ਗੁਰੂ ਕੀ ਬਾਣੀ ਵਿੱਚੋਂ ਪ੍ਰਾਪਤ ਕਰੀਏ ਵੀ ਮਹਾਰਾਜ ਅਸੀਂ ਪਦਾਰਥ ਵੀ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਦੂਜੇ ਪਾਸੇ ਪਰਮਾਰਥ ਦੀ ਸੋਝੀ ਵੀ ਹੋ ਜਾਵੇ, ਤਾਂ ਉਹ ਵਿਦ ਕਿਵੇਂ ਬਣੇਗੀ? ਤਾਂ ਸਾਹਿਬ ਆਖਦੇ ਨੇ, ਭਲਿਆ ਤੂੰ ਨਿਰੰਕਾਰ ਦੇ ਨਾਲ ਜੁੜ, ਤੂੰ ਸ਼ਬਦ ਦੇ ਰਾਹੀਂ ਗੁਰੂ ਦੇ ਨਾਲ ਸਾਂਝ ਬਣਾ ਲੈ। ਪਦਾਰਥ ਉਹ ਜਿਨ੍ਹਾਂ ਦੇ ਪਿੱਛੇ ਸਾਰੀ ਦੁਨੀਆ ਫਿਰਦੀ ਹੈ, ਜਦੋਂ ਤੇਰੀ ਸ਼ਬਦ ਨਾਲ ਸਾਂਝ ਬਣੇਗੀ, ਜਦੋਂ ਕੇਵਲ ਤੂੰ ਬਲ ਬੁੱਧ ਦਾ ਦਾਤਾ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਜਾਏਗਾ, ਉਸ ਵੇਲੇ ਇਹ ਰਿਧੀਆਂ ਸਿੱਧੀਆਂ ਜਿਨ੍ਹਾਂ ਨੂੰ ਪਾਉਣ ਦੀ ਖਾਤਰ ਇਸ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਵੱਡੇ ਵੱਡੇ ਤਪਸਵੀ ਜੋਗੀ ਲੋਕ ਆਪਣੇ ਤਨ ਨੂੰ ਕਸ਼ਟ ਦਿੰਦੇ ਰਹੇ, ਉਹ ਰਿਧੀਆਂ ਸਿੱਧੀਆਂ ਰੱਬ ਦੇ ਪਿਆਰੇ ਦੀ ਚਾਕਰੀ ਕਰਦੀਆਂ ਫਿਰਦੀਆਂ ਨੇ। ਉਹ ਏਦਾਂ ਮਗਰ ਮਗਰ ਆਉਂਦੀਆਂ ਨੇ ਜਿਵੇਂ ਕਿਸੇ ਮਾਲਕ ਦੇ ਮਗਰ ਉਹਦਾ ਰੱਖਿਆ ਹੋਇਆ ਨੌਕਰ ਆਪਣੇ ਮਾਲਕ ਦੀ ਜੀ ਹਜ਼ੂਰੀ ਕਰਦਾ ਫਿਰਦਾ। ਪਰ ਇਹ ਹੋਵੇਗਾ ਕਦੋਂ? ਜਦੋਂ ਇੱਕ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਇਨਸਾਨ ਜੁੜ ਜਾਵੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਅੰਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਬੜਾ ਪਿਆਰਾ ਸੁਨੇਹਾ ਦਿੱਤਾ ਹੈ ਕਿ ਭਲਿਆ, ਇੱਕ ਤੇ ਆਪਣੇ ਜੀਵਨ ਦੇ ਅੰਦਰ ਜੋ ਕੁਝ ਵੀ ਪ੍ਰਾਪਤ ਹੋਵੇ, ਉਸ ਪ੍ਰਾਪਤੀ ਦਾਤ ਨੂੰ ਪ੍ਰਾਪਤ ਕਰਨ ਤੋਂ ਬਾਅਦ ਕਦੀ ਵੀ ਮਨ ਦੇ ਅੰਦਰ ਹੰਕਾਰ ਨਾ ਆਵੇ ਕਿ ਇਹ ਦਾਤ ਨੂੰ ਮੈਂ ਆਪ ਆਪਣੇ ਜ਼ੋਰ ਤੇ ਪ੍ਰਾਪਤ ਕਰ ਲਿਆ। ਨਹੀਂ ਭਾਈ, ਦਾਤਾਂ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ। ਸਾਹਿਬ ਗੁਰੂ ਨਾਨਕ ਦੇਵ ਪਿਤਾ ਮਹਾਰਾਜ ਜੀ ਨੇ ਇਹ ਅਰਦਾਸ ਕੀਤੀ ਸਾਡੇ ਲਈ, ਤੇ ਇੱਕ ਬਚਨ ਆਖਿਆ, ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸਾਰਿਆਂ ਦਾ ਦਾਤਾ ਹੈ, ਤੂੰ ਦਾਤਾ ਹੈ। ਸਾਡੇ ਜੀਵਨ ਦੇ ਅੰਦਰ ਇਸ ਚੀਜ਼ ਦੀ ਅੱਜ ਬੜੀ ਵੱਡੀ ਘਾਟ ਹੈ
ਕਿ ਜਿਹੜੀ ਦਾਤ ਸਾਨੂੰ ਚੰਗੀ ਲੱਗੇ ਉਹ ਮਿਲੇ ਤੇ ਤਾਂ ਅਸੀਂ ਗੁਰੂ ਦਾ ਸ਼ੁਕਰ ਕਰਾਂਗੇ। ਪਰ ਭਲਿਆ ਜੇ ਤੂੰ ਜੀਵਨ ਵੱਲ ਝਾਤ ਮਾਰੇ ਨਾ ਤੇ ਤੈਨੂੰ ਆਪਣੇ ਜੀਵਨ ਨੂੰ ਵੇਖ ਕੇ ਸਦਾ ਹੀ ਉਹਦਾ ਸ਼ੁਕਰ ਹੀ ਕਰਨਾ ਚਾਹੀਦਾ, ਕਿਉਂਕਿ ਉਸ ਕਰਤਾ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ ਤੇਰੇ ਜੀਵਨ ਦੀ ਹੋਂਦ ਬਣੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਹੈ, ਸਾਹਿਬ ਸੁਖਮਨੀ ਸਾਹਿਬ ਅੰਦਰ ਕਿਰਪਾ ਕਰਦੇ ਨੇ, ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮਹਿ ਜਿਨੇ ਉਬਾਰਿਆ। ਸਾਹਿਬ ਆਖਦੇ ਨੇ ਉਹ ਰਮਈਆ ਅਕਾਲ ਪੁਰਖ ਵਾਹਿਗੁਰੂ ਜਿਹੜਾ ਕਣ ਕਣ ਵਿੱਚ ਰਮਿਆ ਹੋਇਆ ਹੈ, ਉਸ ਨਿਰੰਕਾਰ ਵਾਹਿਗੁਰੂ ਦੇ ਗੁਣਾਂ ਨੂੰ, ਉਹਦੇ ਪਰਉਪਕਾਰ ਕੀਤਿਆਂ ਹੋਇਆਂ ਨੂੰ ਚੇਤੇ ਵਿੱਚ ਲਿਆਈਏ, ਯਾਦ ਕਰੀਏ ਕਿ ਉਸ ਕਰਤਾ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ ਹੀ ਸਾਡੇ ਸਰੀਰ ਦੀ ਹੋਂਦ ਵੱਜੀ ਹੈ। ਮਾਂ ਦੀ ਕੁੱਖ ਅੰਦਰ ਪ੍ਰਤਪਾਲਣਾ ਕਰਨ ਵਾਲਾ ਕੋਈ ਦੂਜਾ ਨਹੀਂ। ਲੱਖ ਦਾਅਵੇ ਕੋਈ ਮਾਂ ਕਰੇ ਕਿ ਮੈਂ ਆਪਣੀ ਕੁੱਖ ਦੇ ਅੰਦਰ ਪਲ ਰਹੇ ਬੱਚੇ ਦੀ ਸੰਭਾਲ ਕਰ ਰਹੀ ਹਾਂ, ਲੱਖ ਕੋਈ ਪਿਤਾ ਆਖੇ ਕਿ ਮੈਂ ਬਹੁਤ ਧਿਆਨ ਰੱਖਦਾ, ਡਾਕਟਰ ਕੋਲ ਲੈ ਕੇ ਜਾਣਾ, ਸਾਰਾ ਕੁਝ ਮੈਂ ਵੇਖ ਰਿਹਾ, ਪਰ ਨਹੀਂ। ਸਾਹਿਬ ਆਖਦੇ ਨੇ ਉੱਥੇ ਇਨਸਾਨ ਦੀ ਸਮਰੱਥਾ ਨਹੀਂ ਹੈ। ਸਤਿਗੁਰੂ ਨੇ ਇੱਕ ਬਚਨ ਕਿਹਾ ਸੀ, ਰੋਜ਼ ਪੜ੍ਹਦੇ ਹਾਂ, ਤਿੱਥੈ ਤੂੰ ਸਮਰੱਥ ਜਿੱਥੇ ਕੋਏ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਸਾਹਿਬ ਆਖਦੇ ਨੇ ਜਠਰਾਗਨ ਅਗਨ ਦੇ ਵਿੱਚ ਸੰਭਾਲਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ, ਔਰ ਉਹ ਆਪਣੇ ਬਿਰਦ ਦੇ ਅਨੁਸਾਰ ਸੰਭਾਲਦੇ ਆ। ਮਾਂ ਦੀ ਕੁੱਖ ਅੰਦਰ ਪਰਵਰਿਸ਼ ਹੋਈ, ਉਹਦੇ ਬਾਅਦ ਉਸ ਪਰਵਰਿਸ਼ ਤੋਂ ਅਗਲੀ ਗੱਲ ਜੇ ਸਰੀਰ ਦਾ ਜਨਮ ਹੋਇਆ ਤੇ ਨਿਰੰਕਾਰ ਵਾਹਿਗੁਰੂ ਇਸ ਗੱਲ ਨੂੰ ਜਾਣਦੇ ਨੇ ਕਿ ਜਿਹਨੇ ਜਨਮ ਲਿਆ ਉਹ ਅਜੇ ਸੰਸਾਰੀ ਵਸਤੂਆਂ, ਸੰਸਾਰੀ ਪਦਾਰਥਾਂ ਨੂੰ ਛਕ ਨਹੀਂ ਸਕਦਾ। ਬਾਣੀ ਵਿੱਚ ਇੱਕ ਬਚਨ ਆਉਂਦਾ, ਸਾਹਿਬ ਆਖਦੇ ਨੇ ਪਹਿਲੋਂ ਦੇ ਤੈਂ ਰਿਜ਼ਕ ਸੰਭਾਹਾ, ਪਿੱਛੋਂ ਦੇ ਤੈਂ ਜੰਤ ਉਪਾਹਾ। ਜਿਨ੍ਹਾਂ ਨੇ ਜੋ ਛਕਣਾ ਉਹ ਪਹਿਲਾਂ ਤਿਆਰ ਹੈ, ਜਿਹਦੇ ਨਾਲ ਪੇਟ ਦੀ ਭੁੱਖ ਮਿਟਣੀ ਹੈ ਉਹ ਪਹਿਲਾਂ ਤਿਆਰ ਹੈ ਤੇ ਜਨਮ ਬਾਅਦ ਵਿੱਚ ਹੈ। ਹੁਣ ਜੀਵ ਪੈਦਾ ਹੋਇਆ, ਬੱਚੇ ਦਾ ਜਨਮ ਹੋਇਆ ਤੇ ਬੱਚੇ ਦੇ ਜਨਮ ਤੋਂ ਬਾਅਦ ਉਹਦੇ ਛਕਣ ਦੀ ਖਾਤਰ ਜਿਹੜਾ ਦੁੱਧ ਚਾਹੀਦਾ ਸੀ, ਉਹ ਮਾਂ ਨੂੰ ਦੁੱਧ ਦੀ ਦਾਤ ਦੇਣ ਵਾਲਾ ਵੀ ਅਕਾਲ ਪੁਰਖ ਵਾਹਿਗੁਰੂ। ਭਾਵੇਂ ਕਿ ਅੱਜ ਬਹੁਤ ਸਾਰਾ ਭਰਮ ਭੁਲੇਖਾ ਪਾ ਕੇ ਇੱਕ ਸਮਾਂ ਇਦਾਂ ਦਾ ਵੀ ਆਇਆ ਜਦੋਂ ਇਨਸਾਨ ਦੇ ਜੀਵ ਦੇ ਪੈਦਾ ਹੋਣ ਸਾਰ ਬੱਚੇ ਦਾ ਜਨਮ ਹੁੰਦਾ ਹੈ ਤੇ ਨਾਲ ਹੀ ਉਹਦੇ ਵਾਸਤੇ ਬਾਜ਼ਾਰੀ ਦੁੱਧ ਤੇ ਬੋਤਲ ਦਾ ਪ੍ਰਬੰਧ ਕਰ ਦਿੱਤਾ ਜਾਂਦਾ। ਪਰ ਤੁਸੀਂ ਹੁਣ ਦਾ ਸਮਾਂ ਵੇਖੋ, ਅੱਜ ਜਦੋਂ ਜਿਹੜੇ ਸਿਆਣੇ ਡਾਕਟਰ ਨੇ ਉਹਨਾਂ ਨੂੰ ਪੁੱਛ ਕੇ ਵੇਖੀਏ ਨਾ ਤਾਂ ਉਹ ਇਹ ਗੱਲ ਮੰਨਦੇ ਨੇ ਵੀ ਜੋ ਦੁੱਧ ਦਾ ਅਸਲ ਤੱਤ ਹੈ ਨਾ ਉਹ ਮਾਂ ਦੇ ਦੁੱਧ ਵਿੱਚ। ਮਾਂ ਦਾ ਦੁੱਧ ਇਹੋ ਜਿਹੀ ਖੁਰਾਕ ਹੈ ਵੀ ਜੀਵਨ ਦੇ ਪਹਿਲੇ 6 ਮਹੀਨੇ ਪ੍ਰਾਪਤ ਹੋ ਜਾਵੇ ਬੱਚੇ ਨੂੰ ਪੀਣ ਵਾਸਤੇ ਤੇ ਉਹਦੀ ਜ਼ਿੰਦਗੀ ਦੀ ਨੁਹਾਰ ਹੀ ਕੁਝ ਹੋਰ ਹੋ ਜਾਂਦੀ, ਉਹਦੇ ਸਰੀਰ ਦੀ ਨੁਹਾਰ ਕੁਝ ਹੋਰ ਹੋ ਜਾਂਦੀ। ਇਹ ਦੁੱਧ ਦੀ ਦਾਤ ਪਰਮੇਸ਼ਰ ਨੇ ਦਿੱਤੀ ਹੈ। ਸਾਹਿਬ ਆਖਿਆ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਸਭ ਤੋਂ ਪਹਿਲੀ ਲੋੜ ਸਵਾਸਾਂ ਤੋਂ ਬਾਅਦ ਪੇਟ ਦੀ ਭੁੱਖ ਨੂੰ ਸ਼ਾਂਤ ਕਰਨ ਦੀ ਸੀ। ਉਸ ਭੁੱਖ ਦਾ ਖਿਆਲ ਵੀ ਪਰਮੇਸ਼ਰ ਨੇ ਰੱਖਿਆ। ਉਸ ਤੋਂ ਅਗਲੀ ਗੱਲ, ਜੀਵਨ ਆਪਣੀ ਚਾਲ ਚੱਲਦਾ ਹੈ। ਜਿਸ ਮਾਂ-ਬਾਪ ਦੇ ਘਰ ਬੱਚਾ ਜਨਮ ਲੈਂਦਾ ਹੈ ਉਹ ਆਪਣਾ ਸੰਸਾਰੀ ਫਰਜ਼ ਸਮਝਦਿਆਂ ਹੋਇਆਂ ਫਿਕਰ ਕਰਦੇ ਨੇ ਕਿ ਬੱਚੇ ਨੂੰ ਆਪਾਂ ਨੇ ਚੰਗੀ ਪਰਵਰਿਸ਼ ਦੇਣੀ ਹੈ, ਬੱਚੇ ਨੂੰ ਵਧੀਆ ਸਕੂਲ ਵਿੱਚ ਪਾਉਣਾ ਹੈ, ਉਹਦੀ ਵਿਦਿਆ ਸੰਸਾਰੀ ਬਹੁਤ ਚੰਗੀ ਹੋਵੇ। ਜਿੰਨੇ ਕੁ ਜੋਗਾ ਕੋਈ ਹੈ ਯਤਨ ਜ਼ਰੂਰ ਕਰਦੇ ਨੇ, ਪਰ ਆਪਾਂ ਖਿਆਲ ਕਰੀਏ ਮਾਂ-ਬਾਪ ਨੇ ਯਤਨ ਕੀਤਾ ਬੱਚੇ ਨੂੰ ਪਰਵਰਿਸ਼ ਕਰਦਿਆਂ ਹੋਇਆਂ ਚੰਗੇ ਸਕੂਲ ਵਿੱਚ ਦਾਖਲਾ ਦਵਾ ਦਿੱਤਾ, ਉਹਨੂੰ ਵਧੀਆ ਵਰਦੀ ਲੈ ਦਿੱਤੀ, ਕਿਤਾਬਾਂ ਦਿੱਤੀਆਂ ਵੀ ਤੂੰ ਪੁੱਤ ਹੁਣ ਪੜ੍ਹਨ ਵਾਸਤੇ ਜਾਣਾ ਹੈ। ਪਰ ਜਿਸ ਮਤ ਦੇ ਨਾਲ, ਜਿਹੜੀ ਅਕਲ ਦੇ ਨਾਲ ਪੜ੍ਹਨਾ ਹੈ, ਜਿਹੜੀ ਸੁਰਤ ਦੇ ਨਾਲ ਪੜ੍ਹਨਾ ਹੈ, ਉਹ ਸੁਰਤ ਦੇਣ ਵਾਲਾ ਵੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਹੈ। ਜੇ ਕੋਈ ਇਹ ਗੱਲ ਆਖੇ ਨਾ ਵੀ ਵਿਦਿਆ ਕੋਈ ਘੋਲ ਕੇ ਪਿਆ ਸਕਦਾ ਹੈ, ਕਦੀ ਏਦਾਂ ਨਹੀਂ ਹੁੰਦਾ। ਉਸ ਵਿਦਿਆ ਨੂੰ ਉਸਤਾਦ ਪੜ੍ਹਾਉਂਦੇ ਨੇ ਤੇ ਸਮਝਣ ਦੀ ਮਤ ਵਿਦਿਆਰਥੀ ਕੋਲ ਹੈ, ਪਰ ਉਹ ਮਤ ਦੇਣ ਵਾਲਾ ਵੀ ਨਿਰੰਕਾਰ ਵਾਹਿਗੁਰੂ ਆਪ ਹੈ। ਜੀਵਨ ਆਪਣੀ ਚਾਲ ਚੱਲਿਆ। ਸਾਹਿਬ ਕਿਰਪਾ ਕਰਕੇ ਆਖਦੇ ਨੇ, ਸਤਿਗੁਰੂ ਨੇ ਆਖਿਆ ਭਰ ਜੋਬਨ ਭੋਜਨ ਸੁਖ ਸੂਦ। ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਭਰ ਜਵਾਨੀ ਆ ਗਈ,
ਇਨਸਾਨ ਕਿੰਨਾ ਕੁਝ ਖਾਣਾ ਤੇ ਹੰਡਾਉਣਾ ਚਾਹੁੰਦਾ ਹੈ। ਮਨ ਭਾਉਂਦੀਆਂ ਵਸਤੂਆਂ ਖਾਧੀਆਂ ਗਈਆਂ, ਹੰਡਾਈਆਂ ਗਈਆਂ, ਸਾਰਾ ਕੁਝ ਦੇਣ ਵਾਲਾ ਉਹ ਕਰਤਾ ਪੁਰਖ ਵਾਹਿਗੁਰੂ ਪਰਮਾਤਮਾ ਆਪ ਹੈ। ਔਰ ਉਹਨੇ ਦਾਤ ਦਿੱਤੀ, ਸਭ ਤੋਂ ਵੱਡੀ ਦਾਤ ਇਹ ਸੀ ਵੀ ਸਾਨੂੰ ਸਵਾਸਾਂ ਦੀ ਜਿਹੜੀ ਪੂੰਜੀ ਜੀ ਉਹ ਬਖਸ਼ ਕੇ ਰੱਖੀ। ਮਹਾਰਾਜ ਜੀ ਨੇ ਉਹ ਦਾਤ ਜਿਹੜੀ ਹੈ ਹਰੇਕ ਜੀਵ ਦੇ ਹਿੱਸੇ ਵਿੱਚ ਉਹਦੇ ਕਰਮਾਂ ਦੇ ਅਨੁਸਾਰ ਪਾਈ ਹੋਈ ਹੈ। ਜਿੰਨੇ ਜਿੰਨੇ ਕਿਸੇ ਦੇ ਸਵਾਸ ਨੇ ਉਸੇ ਅਨੁਸਾਰ ਉਹ ਆਪਣੇ ਜੀਵਨ ਨੂੰ ਭੋਗਦਾ ਹੈ। ਔਰ ਸਤਿਗੁਰੂ ਦਾ ਇਹ ਬਿਰਧ ਹੈ ਕਿ ਉਹਨੇ ਗੁਰੂ ਕੀ ਬਾਣੀ ਨੇ ਇਹ ਸਾਨੂੰ ਸਿੱਖਿਆ ਦਿੱਤੀ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਅਸੀਂ ਕਹਿੰਦੇ ਆ ਨਾ ਪਰਿਵਾਰ ਦੀ ਪਾਲਣਾ ਅਸੀਂ ਕਰਦੇ ਹਾਂ, ਪਰ ਸਾਹਿਬ ਕਹਿੰਦੇ ਨੇ ਨਿਮਖ ਮਾਤਰ ਜਿੰਨਾ ਸਮਾਂ ਵੀ। ਨਿਮਖ ਕੀ ਹੁੰਦਾ ਹੈ ਵੀ ਇੱਕ ਵਾਰ ਅੱਖ ਨੂੰ ਆਪਣੀ ਨੂੰ ਆਪਾਂ ਨੇ ਚਮਕਣਾ ਹੈ, ਉਹ ਨਿਮਖ ਮਾਤਰ ਜਿੰਨਾ ਸਮਾਂ। ਸਤਿਗੁਰੂ ਆਂਦੇ ਇੰਨੇ ਥੋੜੇ ਸਮੇਂ ਲਈ ਵੀ ਅਕਾਲ ਪੁਰਖ ਵਾਹਿਗੁਰੂ ਆਪਣੇ ਬਿਰਦ ਨੂੰ ਨਹੀਂ ਛੱਡਦੇ, ਉਹ ਸਾਡੀ ਪ੍ਰਤਪਾਲਣਾ ਨਿਰੰਤਰ ਕਰਦੇ ਨੇ। ਸਾਹਿਬ ਆਖਿਆ ਭਰ ਜਵਾਨੀ ਵਿੱਚ ਜਦੋਂ ਆਪਣੇ ਹੱਥ ਵਸ ਤਾਕਤ ਸੀ, ਬਹੁਤ ਕੁਝ ਖਾ ਹੰਡਾ ਲਿਆ, ਜੀਵਨ ਦੇ ਬੜੇ ਸੋਹਣੇ ਸਾਲ ਗੁਜ਼ਾਰੇ। ਇੱਕ ਅਵਸਥਾ ਇਦਾਂ ਦੀ ਵੀ ਆਉਂਦੀ ਹੈ ਜਦੋਂ ਇਨਸਾਨ ਬਲਹੀਣ ਹੋ ਕੇ ਮੰਨ ਲਓ ਕਿਸੇ ਮੰਜੇ ਤੇ ਵੀ ਬਹਿ ਗਿਆ ਨਾ, ਤੇ ਸਾਹਿਬ ਆਖਿਆ ਵੀ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਵੇਖੋ ਕਿਵੇਂ ਵਰਤਦੀ ਹੈ। ਬਿਰਧ ਭਇਆ ਉਪਰ ਸਾਕ ਸੈਨ, ਮੁਖ ਅਪਿਆਓ ਬੈਠ ਕਉ ਦੈਨ। ਸਾਹਿਬ ਆਖਦੇ ਨੇ ਵੀ ਸਰੀਰ ਬਿਰਧ ਹੋ ਜਾਵੇ, ਹੁਣ ਆਪ ਨਾ ਕਮਾ ਸਕਦਾ ਹੈ ਤੇ ਨਾ ਖਾ ਹੀ ਸਕਦਾ ਹੈ, ਪਰ ਨਿਰੰਕਾਰ ਨੇ ਇੱਕ ਕਿਰਪਾ ਕੀਤੀ। ਜਿਹੜਾ ਅੱਗੋਂ ਪਰਿਵਾਰ ਸੀ, ਧੀਆਂ ਪੁੱਤਰ ਸੀ, ਉਹਨਾਂ ਨੂੰ ਇੰਨੀ ਲਿਆਕਤ ਤੇ ਅਕਲ ਬਖਸ਼ਿਸ਼ ਕਰ ਦਿੱਤੀ ਕਿ ਉਸ ਅਕਲ ਦੇ ਸਦਕੇ ਉਹ ਮੰਜੇ ਤੇ ਪਏ ਹੋਏ ਆਪਣੇ ਪਰਿਵਾਰ ਦੇ ਜੀ ਨੂੰ ਸੰਭਾਲਦੇ ਨੇ। ਉਹ ਸੰਭਾਲਣ ਦੀ ਤਾਕਤ, ਲਿਆਕਤ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ। ਅਸੀਂ ਉਹਦਾ ਸ਼ੁਕਰ ਕਰੀਏ, ਸदैव ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਜ਼ਿੰਦਗੀ ਵਿੱਚ ਵਰਤਦੇ ਹਾਂ। ਜੇ ਅੱਜ ਭਾਈ ਸਾਹਿਬ ਜੀ ਜੀਵਨ ਦਾ ਇੱਕ ਪੰਧ ਲੰਮੇਰਾ ਪੈਂਡਾ ਸਰਵਿਸ ਕਰਨ ਤੋਂ ਬਾਅਦ ਸੇਵਾ ਮੁਕਤ ਹੋਏ ਨੇ, ਤੇ ਇਹ ਅੱਜ ਵਾਲਾ ਸਮਾਂ ਵਿਖਾਉਣ ਵਾਲਾ ਵੀ ਕਰਤਾ ਪੁਰਖ ਵਾਹਿਗੁਰੂ ਆਪ ਹੈ। ਇਹ ਉਸ ਨਿਰੰਕਾਰ ਦੀ ਕਿਰਪਾ ਹੈ ਕਿ ਉਹਨੇ ਜੀਵਨ ਦਾ ਇੰਨਾ ਲੰਮਾ ਸਮਾਂ ਜਿਹੜਾ ਸੀ ਉਹ ਸਾਨੂੰ ਬਖਸ਼ਿਸ਼ ਕੀਤਾ, ਤੇ ਆਪਾਂ ਉਸ ਕਰਤਾ ਪੁਰਖ ਵਾਹਿਗੁਰੂ ਜੀ ਦੇ ਦਿੱਤੇ ਹੋਏ ਸਵਾਸ ਨੂੰ ਭੋਗਦਿਆਂ ਹੋਇਆਂ ਹੀ ਅੱਜ ਇੱਥੋਂ ਤੱਕ ਪਹੁੰਚੇ। ਅਕਾਲ ਪੁਰਖ ਵਾਹਿਗੁਰੂ ਜੀ ਨੂੰ ਦਾਤਾ ਜਾਣੀਏ, ਤੇ ਦੂਸਰਾ ਜੋ ਕੁਝ ਉਸ ਨਿਰੰਕਾਰ ਨੇ ਦਿੱਤਾ ਹੈ ਉਹਦੇ ਦਿੱਤੇ ਵਿੱਚ ਰਹਿ ਕਰਕੇ ਸਬਰ ਵਿੱਚ ਜ਼ਿੰਦਗੀ ਬਤੀਤ ਕਰਦਿਆਂ ਹੋਇਆਂ ਸ਼ੁਕਰਾਨੇ ਵਿੱਚ ਜ਼ਰੂਰ ਜੁੜੀਏ। ਜਿੰਨਾ ਕੁਝ ਸਾਡੇ ਪਾਸ ਹੈ ਓਨਾ ਹੀ ਲੈ ਕਰਕੇ ਨਿਰੰਕਾਰ ਦਾ ਸ਼ੁਕਰ ਜ਼ਰੂਰ ਕਰੀਏ, ਕਿਉਂਕਿ ਸਿੱਖ ਤੇ ਸ਼ੁਕਰ ਦਾ ਨਾਤਾ ਬੜਾ ਗਹਿਰਾ ਹੈ। ਸਿੱਖੀ ਦਾ ਪਤਾ ਹੀ, ਸਿੱਖ ਦੀ ਭਾਵਨਾ ਦਾ ਪਤਾ ਹੀ ਇਸ ਗੱਲ ਤੋਂ ਲੱਗਦਾ ਹੈ ਵੀ ਸਿੱਖ ਕਿਸੇ ਵੀ ਅਵਸਥਾ ਵਿੱਚ ਹੋਵੇ, ਸਿੱਖ ਨੂੰ ਖੁਸ਼ੀ ਹੈ, ਗਮੀ ਹੈ, ਕੋਈ ਅਵਸਥਾ ਹੋਵੇ, ਪਰ ਸਿੱਖ ਗੁਰੂ ਦੇ ਭਾਣੇ ਵਿੱਚ ਹੋਵੇ। ਸਿੱਖ ਲਈ ਸਭ ਤੋਂ ਜ਼ਰੂਰੀ ਹੈ ਗੁਰੂ ਦੇ ਹੁਕਮ ਵਿੱਚ ਚੱਲਣਾ, ਗੁਰੂ ਦੀ ਰਜ਼ਾ ਦੇ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਨਾ, ਕਿਉਂਕਿ ਸਤਿਗੁਰਾਂ ਨੇ ਸਾਨੂੰ ਇਹੀ ਸਿਖਾਇਆ ਹੈ। ਸਿੱਖਿਆ ਹੀ ਸਤਿਗੁਰਾਂ ਨੇ ਇਹ ਦਿੱਤੀ ਹੈ ਕਿ ਜੀਵਨ ਦੇ ਬਾਹਰੀ ਹਾਲਾਤ ਕੈਸੇ ਵੀ ਹੋਣ, ਸਿੱਖ ਆਪਣੇ ਗੁਰੂ ਦਾ ਪੱਲਾ ਕਦੇ ਨਾ ਛੱਡੇ। ਸਿੱਖ ਨੂੰ ਇਹ ਪੂਰਨ ਭਰੋਸਾ ਹੋਵੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਜਦੋਂ ਗੁਰੂ ਚਿੱਤ ਵਿੱਚ ਹੈ, ਜਦੋਂ ਗੁਰੂ ਕਾ ਸ਼ਬਦ ਹਿਰਦੇ ਵਿੱਚ ਹੈ, ਤੇ ਜੀਵਨ ਦੇ ਅੰਦਰ ਇਹ ਅਹਿਸਾਸ ਕਾਇਮ ਰਹੇਗਾ ਵੀ ਸਤਿਗੁਰੂ ਮੇਰੇ ਨਾਲ ਨੇ। ਤੇ ਜਦੋਂ ਗੁਰੂ ਨਾਲ ਹੈ ਫਿਰ ਉਹਦਾ ਸ਼ੁਕਰਾਨਾ ਵੀ ਸਵਾਸ ਹੀ ਚੱਲਣਾ ਚਾਹੀਦਾ। ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿੰਨਾ ਜਿਸ ਨੂੰ ਜੋ ਦਿੱਤਾ ਹੈ, ਉਸ ਕਰਤਾ ਪੁਰਖ ਵਾਹਿਗੁਰੂ ਜੀ ਨੇ ਆਪਣੀ ਨਜ਼ਰਸਾਨੀ ਵਿੱਚ ਬਖਸ਼ਿਆ ਹੋਇਆ। ਮਤ ਕੋਈ ਜਾਣੇ ਵੀ ਮੈਂ ਨਿਰੰਕਾਰ ਦੀ ਆਗਿਆ, ਉਹਦੀ ਰਜ਼ਾ, ਉਹਦੇ ਹੁਕਮ ਤੋਂ ਬਾਹਰ ਹੋ ਕੇ ਕੁਝ ਪ੍ਰਾਪਤ ਕਰ ਬੈਠਾ। ਨਹੀਂ ਭਾਈ, ਜਿੰਨਾ ਕੁਝ ਵੀ ਹੈ ਤੁਹਾਡੇ ਕੋਲ ਥੋੜਾ ਹੈ, ਤੁਹਾਡੇ ਕੋਲ ਬਹੁਤ ਹੈ, ਤੁਹਾਡੇ ਕੋਲ ਭੰਡਾਰ ਨੇ ਵਿਸ਼ਾਲ ਜਾਂ ਤਿਲ ਮਾਤਰ ਹੈ, ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੀ ਹੈ। ਸਦਾ ਉਹਦੇ ਸ਼ੁਕਰਾਨੇ ਵਿੱਚ ਜੁੜੀਏ। ਸ਼ੇਖ ਸਾਦੀ ਸਾਹਿਬ ਦੇ ਜੀਵਨ ਦੀ ਇੱਕ ਘਟਨਾ ਹੈ, ਉਹ ਆਪ ਜੀ ਨਾਲ ਮੈਂ ਸਾਂਝੀ ਕਰਾਂ। ਸ਼ੇਖ ਸਾਦੀ ਇਸਲਾਮ ਦੇ ਅੰਦਰ ਉਹਨਾਂ ਦਾ ਬੜਾ ਸਤਿਕਾਰ ਸੀ, ਔਰ ਉਹਨਾਂ ਦੀ ਜੀਵਨ ਦੀ ਇਹ
ਇੱਕ ਬੜੀ ਅਟਲ ਸਚਾਈ ਹੈ ਵੀ ਉਹ ਬੜੇ ਖੁਦਾ ਪ੍ਰਸਤ ਸਨ, ਬੜੀ ਬੰਦਗੀ ਤੇ ਭਗਤੀ ਕਰਦੇ ਸਨ। ਉਹਨਾਂ ਦੇ ਜੀਵਨ ਦੀਆਂ ਸਾਖੀਆਂ ਘਟਨਾਵਾਂ ਅੱਜ ਵੀ ਪੜ੍ਹਨ ਨੂੰ ਮਿਲ ਜਾਂਦੀਆਂ ਨੇ। ਉਹਨਾਂ ਨੇ ਆਪਣੇ ਜੀਵਨ ਦੀ ਇੱਕ ਘਟਨਾ ਲਿਖੀ। ਉਹ ਕਹਿੰਦੇ ਵੈਸੇ ਤੇ ਮੈਂ ਸਦਾ ਹੀ ਸ਼ੁਕਰ ਵਿੱਚ ਰਿਹਾ, ਪਰ ਇੱਕ ਵਾਰ ਮੇਰੇ ਕੋਲੋਂ ਅਵੱਗਿਆ ਹੋਈ ਕਿ ਮੈਂ ਵੀ ਨਾ ਸ਼ੁਕਰਾ ਹੋ ਗਿਆ। ਉਹ ਕਹਿੰਦੇ ਮੈਂ ਰੱਬ ਨੂੰ ਉਲਾਮੇ ਵੀ ਦਿੱਤੇ, ਪਰ ਮੈਨੂੰ ਰੱਬ ਨੇ ਅੱਗੋਂ ਏਦਾਂ ਦਾ ਦ੍ਰਿਸ਼ ਵਿਖਾਇਆ ਸੀ ਕਿ ਸਾਰੀ ਉਮਰ ਸदैव ਜਿੰਨੀ ਉਮਰ ਮੈਂ ਹੰਡਾਈ ਹੈ, ਕਹਿੰਦੇ ਹੁਣ ਤੱਕ ਮੈਂ ਦੁਬਾਰਾ ਕਦੀ ਰੱਬ ਦੇ ਉੱਤੇ ਗਿਲਾ ਤੇ ਸ਼ਿਕਵਾ ਨਹੀਂ ਕੀਤਾ। ਸ਼ੇਖ ਸਾਦੀ ਲਿਖਦੇ ਨੇ, ਉਹ ਕਹਿੰਦੇ ਨੇ ਮੈਂ ਨਮਾਜ਼ ਦਾ ਵੇਲਾ ਹੋਇਆ, ਮੈਂ ਆਪਣੇ ਘਰ ਤੋਂ ਤੁਰਿਆ, ਮਸਜਿਦ ਦੇ ਵਿੱਚ ਨਮਾਜ਼ ਅਦਾ ਕਰਨ ਵਾਸਤੇ ਜਾਣਾ ਸੀ। ਤੇ ਸ਼ੇਖ ਸਾਦੀ ਦੇ ਬਾਰੇ ਇਹ ਪ੍ਰਚਲਿਤ ਹੈ ਵੀ ਉਹਨਾਂ ਦੇ ਆਰਥਿਕ ਹਾਲਾਤ ਜਿਹੜੇ ਸਨ ਨਾ, ਮਾਇਆ ਵਾਲੇ ਪੱਖ ਤੋਂ ਸਦਾ ਹੀ ਜਿਹੜੀ ਸੀ ਤੰਗੀ ਰਹੀ, ਕਿਉਂਕਿ ਉਹ ਰੱਬ ਦੇ ਪਿਆਰੇ ਸੀ, ਖੁਦਾ ਤੇ ਯਕੀਨ ਰੱਖਣ ਵਾਲੇ, ਕਿਸੇ ਦੇ ਅੱਗੇ ਹੱਥ ਉਹਨਾਂ ਕਦੇ ਅੱਡਿਆ ਨਹੀਂ ਸੀ। ਜੇ ਕੋਈ ਦੇ ਜਾਂਦਾ ਉਹਨੂੰ ਸਤ ਕਹਿ ਕੇ ਪ੍ਰਵਾਨ ਕਰ ਲੈਣਾ, ਨਹੀਂ ਤੇ ਖੁਦਾ ਦੀ ਬੰਦਗੀ ਵਿੱਚ ਜੁੜੇ ਰਹਿਣਾ। ਕਹਿੰਦੇ ਮੈਂ ਮਸਜਿਦ ਵਾਲੇ ਪਾਸੇ ਨੂੰ ਤੁਰਿਆ, ਗਰਮੀ ਦਾ ਮੌਸਮ ਹੈ ਤੇ ਪੈਰਾਂ ਵਿੱਚ ਸ਼ੇਖ ਸਾਦੀ ਦੇ ਜੋੜਾ ਕੋਈ ਨਹੀਂ, ਨੰਗੇ ਪੈਰ ਹੈ। ਤਨ ਦੇ ਉੱਤੇ ਜਿਹੜਾ ਲਿਬਾਸ ਪਹਿਨਿਆ ਹੋਇਆ ਉਹ ਵੀ ਕੋਈ ਬਹੁਤਾ ਚੰਗਾ ਨਹੀਂ, ਮਸਤਾਨਾ ਜਿਹਾ ਲਿਬਾਸ ਹੈ, ਪੁਰਾਣਾ ਜਿਹਾ। ਕਹਿੰਦੇ ਮੈਂ ਨਮਾਜ਼ ਪੜ੍ਹਨ ਵਾਸਤੇ ਤੁਰ ਪਿਆ, ਰਸਤੇ ਤੇ ਤੁਰਿਆ ਜਾ ਰਿਹਾ ਤੇ ਜਿਸ ਰਾਹ ਦੇ ਉੱਤੇ ਮੈਂ ਕਦਮ ਰੱਖ ਰਿਹਾ ਉਸ ਰਸਤੇ ਨੂੰ ਜਿਹੜਾ ਹੈ ਉਹ ਰੇਤ ਹੈ ਉੱਥੇ, ਤੇ ਬਹੁਤ ਤਪੀ ਹੋਈ ਰੇਤ ਹੈ। ਗਰਮੀ ਦਾ ਮੌਸਮ ਸੀ, ਐਨ ਸਿਖਰ ਦੁਪਹਿਰਾ। ਕਹਿਣ ਲੱਗੇ ਵੀ ਮੇਰੇ ਤੋਂ ਤੁਰਿਆ ਨਾ ਜਾਵੇ, ਮੈਂ ਆਸੇ ਪਾਸੇ ਰਾਹ ਤੋਂ ਹੋਵਾਂ, ਪਰ ਸਾਰੀ ਧਰਤੀ ਇੱਕੋ ਜਿਹੀ ਸੀ। ਕਹਿਣ ਲੱਗੇ ਵੀ ਮੇਰੇ ਪੈਰ ਸੜਦੇ ਜਾਣ। ਕੁਝ ਕੁ ਕਦਮ ਆਖਣ ਲੱਗੇ ਮੈਂ ਤੁਰਿਆ, ਕੀ ਵੇਖਿਆ ਕਿ ਉਸ ਰਾਹ ਦੇ ਉੱਤੇ ਬਹੁਤ ਜ਼ੋਰ ਦੇ ਨਾਲ ਇੱਕ ਰੱਥ ਭੱਜਾ ਆ ਰਿਹਾ। ਉਸ ਰੱਥ ਦੇ ਉੱਤੇ ਇੱਕ ਨੌਜਵਾਨ ਅਸਵਾਰ ਹੈ। ਸ਼ੇਖ ਸਾਦੀ ਦੇ ਕੋਲੋਂ ਉਹ ਨੌਜਵਾਨ ਲੰਘ ਕੇ ਗਿਆ। ਜਦੋਂ ਕੋਲੋਂ ਲੰਘਿਆ ਤੇ ਕੱਚਾ ਰਾਹ ਸੀ, ਉਸ ਰੱਥ ਦੇ ਕੋਲੋਂ ਤੇਜ਼ ਲੰਘਣ ਕਰਕੇ ਧੂੜ ਉੱਡ ਕੇ ਤੇ ਸ਼ੇਖ ਸਾਦੀ ਦੇ ਸਰੀਰ ਦੇ ਉੱਤੇ ਵੀ ਪਈ। ਸ਼ੇਖ ਸਾਦੀ ਆਂਦੇ ਨੇ ਵੀ ਮੈਂ ਨਾ ਉਸ ਵੇਲੇ ਰੱਬ ਨੂੰ ਇੱਕ ਉਲਾਮਾ ਦਿੱਤਾ। ਕਹਿੰਦੇ ਮੈਂ ਜਾਣਦਾ ਸਾਂ ਇਸ ਨੌਜਵਾਨ ਦੇ ਬਾਰੇ ਵੀ ਆਰਥਿਕ ਤੌਰ ਤੇ ਬੜਾ ਸੌਖਾ ਹੈ, ਇਹਦੇ ਘਰ ਵਿੱਚ ਧਨ ਦੌਲਤ ਦੀ ਕੋਈ ਕਮੀ ਨਹੀਂ, ਪਰ ਇਹਦਾ ਇੱਕ ਦੂਜਾ ਪੱਖ ਸੀ ਵੀ ਇਹਨੇ ਕਦੀ ਖੁਦਾ ਦੀ ਬੰਦਗੀ ਨਹੀਂ ਸੀ ਕੀਤੀ, ਕਦੀ ਇਹ ਨਮਾਜ਼ ਪੜ੍ਹਨ ਵਾਸਤੇ ਮਸਜਿਦ ਵੱਲ ਨਹੀਂ ਆਇਆ। ਕਹਿਣ ਲੱਗੇ ਮੈਂ ਸੋਚਿਆ ਵੀ ਚਲੋ ਅੱਜ ਮਸਜਿਦ ਦੇ ਅੱਗੋਂ ਲੰਘ ਰਿਹਾ ਹੈ, ਮਸਜਿਦ ਵਾਲੇ ਰਾਹ ਤੋਂ ਗੁਜ਼ਰਦਾ ਪਿਆ, ਹੋ ਸਕਦਾ ਨਮਾਜ਼ ਪੜ੍ਹਨ ਚੱਲਿਆ ਹੋਵੇ। ਆਖਣ ਲੱਗੇ ਮੈਂ ਧਿਆਨ ਮਾਰਿਆ, ਮਸਜਿਦ ਲੰਘ ਗਈ, ਉਹਨੇ ਨਮਾਜ਼ ਤੇ ਉੱਥੇ ਕੀ ਪੜ੍ਹਨੀ ਸੀ, ਉਹਨੇ ਤੇ ਮਸਜਿਦ ਵਾਲੇ ਪਾਸੇ ਨੂੰ ਮੂੰਹ ਕਰਕੇ ਸਿਰ ਵੀ ਨਾ ਝੁਕਾਇਆ, ਉਹ ਅਗਾਂਹ ਲੰਘ ਗਿਆ। ਕਹਿਣ ਲੱਗੇ ਮੈਂ ਤੁਰਿਆ ਆਵਾਂ ਤੇ ਨਾਲ ਨਾਲ ਰੱਬ ਨੂੰ ਉਲਾਮੇ ਦੇਵਾਂ ਕਿ ਐ ਖੁਦਾ, ਇਹ ਤੇਰੀ ਕੈਸੀ ਸੰਸਾਰ ਦੀ ਰਚਨਾ ਹੈ, ਮੈਂ ਤੇਰੀ ਇੰਨੀ ਬੰਦਗੀ ਕਰਨ ਵਾਲਾ, ਮੇਰੇ ਪੈਰਾਂ ਵਿੱਚ ਕੋਈ ਢੰਗ ਦਾ ਜੋੜਾ ਨਹੀਂ, ਤਨ ਦੇ ਉੱਤੇ ਕੋਈ ਢੰਗ ਦਾ ਕੱਪੜਾ ਨਹੀਂ ਹੈ ਮੇਰੇ ਕੋਲ, ਤੇ ਮੈਂ ਤੇਰੀ ਇੰਨੀ ਭਗਤੀ ਤੇ ਇੰਨੀ ਬੰਦਗੀ ਕਰਦਾ, ਮੇਰੇ ਹਾਲ ਕਿਦਾਂ ਦੇ ਨੇ, ਫਟੇ ਫਕੀਰਾਂ ਦੇ। ਕਹਿਣ ਲੱਗੇ ਜਦੋਂ ਇਹ ਗੱਲ ਮੈਂ ਮਨ ਵਿੱਚ ਵਿਚਾਰਦਾ ਤੇ ਰੱਬ ਨੂੰ ਉਲਾਮੇ ਦਿੰਦਾ ਤੁਰਿਆ ਆ ਰਿਹਾ, ਮਸਜਿਦ ਆਈ। ਆਖਣ ਲੱਗੇ ਮੈਂ ਉਜੂ ਕੀਤਾ, ਮਸਜਿਦ ਦੀਆਂ ਪੌੜੀਆਂ ਚੜ੍ਹਨ ਲੱਗਾ। ਕੀ ਵੇਖਿਆ, ਇੱਕ ਸੱਜਣ ਉਹ ਰਿੜ ਰਿੜ ਕੇ ਮਸਜਿਦ ਦੀਆਂ ਪੌੜੀਆਂ ਇੱਕ ਇੱਕ ਪੌੜੀ ਉਤਾਂ ਨੂੰ ਚੜ੍ਹਦਾ ਜਾਵੇ। ਕਹਿਣ ਲੱਗੇ ਮੈਂ ਬੜਾ ਹੈਰਾਨ ਹੋਇਆ ਵੀ ਬੰਦਾ ਸਰੀਰ ਕਰਕੇ ਅਧੂਰਾ ਹੈ, ਇਹਦੇ ਕੋਲ ਚੱਲਿਆ ਨਹੀਂ ਜਾ ਰਿਹਾ, ਤੇ ਫਿਰ ਵੀ ਇਹ ਮਸਜਿਦ ਵਿੱਚ ਆਇਆ। ਉਹਦੇ ਕੋਲ ਜਾ ਕੇ ਸ਼ੇਖ ਸਾਦੀ ਸਾਹਿਬ ਕਹਿੰਦੇ ਮੈਂ ਉਹਨੂੰ ਪੁੱਛਿਆ ਵੀ ਸੱਜਣਾ ਇੱਥੇ ਕੀ ਕਰਨ ਆਇਆ, ਤੇ ਅੱਗੋਂ ਉਹਦਾ ਜਵਾਬ ਸੀ ਵੀ ਮੈਂ ਖੁਦਾ ਦਾ ਸ਼ੁਕਰ ਕਰਨ ਆਇਆ ਵੀ ਉਹਨੇ ਮੈਨੂੰ ਬੰਦਗੀ ਜੋਗਾ ਰੱਖਿਆ। ਕਹਿੰਦੇ ਜਦੋਂ ਮੈਂ ਇਹ ਗੱਲ ਸੁਣੀ ਨਾ ਤੇ ਮੈਂ ਉਹਨੂੰ ਅਗਲਾ ਸਵਾਲ ਕੀਤਾ ਵੀ ਤੇਰੇ ਕੋਲੋਂ ਤੇ ਚੱਲਿਆ ਨਹੀਂ ਜਾ ਰਿਹਾ। ਕਹਿਣ ਲੱਗਾ ਫਿਰ ਕਿਹੜੀ ਗੱਲ ਹੈ, ਜੇ ਲੱਤਾਂ ਵਿੱਚ ਜਾਨ ਨਹੀਂ, ਲੱਤਾਂ ਵਿੱਚ ਤਾਕਤ ਨਹੀਂ ਹੈ ਤੁਰਨ ਦੀ, ਮੈਂ ਸਿੱਧਾ ਖਲੋ ਨਹੀਂ ਸਕਦਾ, ਪਰ ਮੈਂ ਇਹ ਮਹਿਸੂਸ ਕਰਦਾ ਵੀ ਜੇ ਮੈਂ ਰਿੜ ਕੇ ਵੀ ਆਵਾਂ
ਤੇ ਮੈਨੂੰ ਬੰਦਗੀ ਜ਼ਰੂਰ ਕਰਨੀ ਚਾਹੀਦੀ, ਮੈਨੂੰ ਉਹਦਾ ਸ਼ੁਕਰ ਅਕਾਲ ਪੁਰਖ ਵਾਹਿਗੁਰੂ ਦਾ ਜ਼ਰੂਰ ਕਰਨਾ ਚਾਹੀਦਾ, ਖੁਦਾ ਦਾ ਸ਼ੁਕਰ ਕਰਨਾ ਚਾਹੀਦਾ। ਜੋ ਕੁਝ ਮੇਰੇ ਪੱਲੇ ਵਿੱਚ ਹੈ ਇਹ ਵੀ ਖੁਦਾ ਦਾ ਦਿੱਤਾ ਹੋਇਆ ਹੈ। ਜੇ ਮੈਨੂੰ ਇੰਨੇ ਜੋਗਾ ਵੀ ਨਾ ਰੱਖਦਾ ਤੇ ਮੈਂ ਕਿਹੜਾ ਰੱਬ ਦੇ ਨਾਲ ਕੋਈ ਲੜਾਈ ਝਗੜਾ ਕਰ ਲੈਣਾ ਸੀ। ਮੈਂ ਰੱਬ ਨੂੰ ਉਲਾਮਾ ਨਹੀਂ ਦੇ ਰਿਹਾ, ਕਹਿਣ ਲੱਗਾ ਮੈਂ ਤਾਂ ਉਹਦਾ ਸ਼ੁਕਰ ਕਰ ਰਿਹਾ ਵੀ ਜਿੰਨੇ ਜੋਗਾ ਤੂੰ ਰੱਖਿਆ, ਜਿੰਨਾ ਮੇਰਾ ਸਰੀਰ ਕਾਇਮ ਹੈ ਮੈਨੂੰ ਓਨਾ ਹੀ ਪ੍ਰਵਾਨ ਹੈ, ਮੈਂ ਤੇਰੇ ਘਰ ਤੱਕ ਆਉਣ ਜੋਗਾ ਤੇ ਹਾਂ। ਸ਼ੇਖ ਸਾਦੀ ਆਂਦੇ ਵੀ ਮੈਂ ਉਸੇ ਵੇਲੇ ਮੇਰੇ ਮਨ ਨੂੰ ਇੱਕ ਠੋਕਰ ਵੱਜੀ ਮਨਾ। ਇੱਕ ਬੰਦਾ ਉਹ ਆ ਵੀ ਜਿਹਦੇ ਕੋਲ ਪੈਰ ਹੀ ਨਹੀਂ ਹੈਗੇ ਸਲਾਮਤ ਤੁਰ ਕੇ ਆਉਣ ਜੋਗੇ, ਉਹ ਰੱਬ ਨੂੰ ਸ਼ੁਕਰ ਕਰੇ, ਉਹ ਖੁਦਾ ਦਾ ਧੰਨਵਾਦ ਕਰੇ। ਤੇ ਮੈਂ ਜਿਹਦੇ ਪੈਰ ਸਲਾਮਤ ਨੇ, ਇੱਕ ਥੋੜੀ ਜੀ ਚੀਜ਼ ਬਦਲੇ, ਇੱਕ ਪੈਰਾਂ ਦੇ ਜੋੜੇ ਬਦਲੇ, ਜੁੱਤੀ ਬਦਲੇ, ਮੈਂ ਰੱਬ ਨਾਲ ਸ਼ਰੀਕੇ ਬਾਜੀ ਉਲਾਮੇ ਬਾਜੀ ਸ਼ੁਰੂ ਕਰ ਲਈ। ਆਖਣ ਲੱਗੇ ਮੈਂ ਉਸੇ ਵੇਲੇ ਗੋਡਿਆਂ ਪਰਨੇ ਹੋ ਕੇ ਆਪਣੇ ਕਹੇ ਹੋਏ ਬੋਲਾਂ ਦੀ ਖੁਦਾ ਤੋਂ ਮਾਫੀ ਮੰਗੀ ਕਿ ਐ ਖੁਦਾ, ਮੈਂ ਆਪਣੇ ਆਪ ਨੂੰ ਤੇਰੀ ਬੰਦਗੀ ਕਰਨ ਵਾਲਾ ਕਹਿਣਾ, ਮੈਂ ਇਹ ਗੱਲ ਆਖਦਾ ਕਿ ਮੈਂ ਤੇਰੀ ਬੰਦਗੀ ਕਰਦਾ। ਲੋਕ ਵੀ ਇਹ ਗੱਲ ਕਹਿੰਦੇ ਨੇ ਵੀ ਸ਼ੇਖ ਸਾਦੀ ਬੜਾ ਵੱਡਾ ਰੱਬ ਦਾ ਪਿਆਰਾ ਭਗਤ ਹੈ, ਬੰਦਗੀ ਕਰਨ ਵਾਲਾ। ਪਰ ਸ਼ੇਖ ਸਾਦੀ ਕਹਿੰਦਾ ਮੇਰੇ ਮਨ ਵਿੱਚ ਕੀ ਚੱਲਿਆ ਉਸ ਵੇਲੇ ਕਿ ਮੈਂ ਪੈਰਾਂ ਵਿੱਚ ਜੋੜਾ ਹੋਵੇ, ਤਨ ਤੇ ਚੰਗੇ ਕੱਪੜੇ ਹੋਣ ਤੇ ਤਾਂ ਰੱਬ ਦਾ ਸ਼ੁਕਰ ਕਰਾਂ। ਉਹਨਾਂ ਨੇ ਇੱਕ ਸਿੱਖਿਆ ਦਿੱਤੀ, ਕਹਿਣ ਲੱਗੇ ਮੈਂ ਉਸ ਦਿਨ ਤੋਂ ਆਪਣੇ ਮਨ ਨੂੰ ਇਹ ਗੱਲ ਸਮਝਾਈ ਕਿ ਸਰੀਰ ਦਾ ਹਾਲ ਜੋ ਮਰਜ਼ੀ ਹੋਵੇ, ਕਦੀ ਵੀ ਰੱਬ ਦੇ ਨਾਲ ਉਲਾਮੇਬਾਜ਼ੀ ਨਹੀਂ ਕਰਨੀ, ਕਦੀ ਵੀ ਖੁਦਾ ਦੇ ਉੱਤੇ ਗਿਲਾ ਨਹੀਂ, ਸ਼ਿਕਵਾ ਨਹੀਂ ਕਰਨਾ ਕਿ ਮੈਨੂੰ ਦਿੱਤਾ ਕੁਝ ਨਹੀਂ। ਮੈਂ ਸੋਚਾਂਗਾ ਜੋ ਕੁਝ ਮੈਨੂੰ ਦਿੱਤਾ ਸੰਸਾਰ ਦੇ ਵਿੱਚ ਬਹੁਤਿਆਂ ਨੂੰ ਉਹ ਚੀਜ਼ਾਂ ਪ੍ਰਾਪਤ ਨਹੀਂ ਹੋਈਆਂ। ਸਾਡੀ ਵੀ ਹਾਲਤ ਇਹ ਹੈ, ਅਸੀਂ ਬਹੁਤ ਕੁਝ ਗੁਰੂ ਦੇ ਕੋਲੋਂ ਲਿਆ, ਜੀਵਨ ਵਿੱਚ ਜੋ ਕੁਝ ਵੀ ਪ੍ਰਾਪਤ ਹੋਇਆ ਨਾ, ਇਹ ਉਹਦੀ ਦਾਤ ਸਮਝ ਕੇ ਵਰਤੀਏ, ਔਰ ਦਾਤ ਉਹ ਤਰੁੱਠ ਕੇ ਦਿੰਦਾ ਹੈ। ਪਰ ਸਾਡੀ ਬਿਰਤੀ ਕੀ ਹੈ? ਸਾਹਿਬ ਆਖਦੇ ਨੇ ਅਸੀਂ ਗੁਰੂ ਦੇ ਕੋਲੋਂ ਵਸਤੂਆਂ ਮੰਗੀ ਗਏ, ਗੁਰੂ ਨੇ ਸਾਡੇ ਜੀਵਨ ਵਿੱਚ ਉਹ ਦਾਤਾਂ ਦੇ ਦਿੱਤੀਆਂ। ਇੱਕ ਸਮਾਂ ਇਦਾਂ ਦਾ ਆਇਆ ਜਦੋਂ ਸਾਡੇ ਭਾਗਾਂ ਵਿੱਚ ਨਹੀਂ ਸੀ ਤੇ ਉਹ ਦਾਤ ਸਾਨੂੰ ਪ੍ਰਾਪਤ ਨਾ ਹੋਈ। ਅਸੀਂ ਫਿਰ ਕੀ ਕੀਤਾ? ਅਸੀਂ ਰੱਬ ਦੇ ਨਾਲ ਉਲਾਮੇਬਾਜ਼ੀ ਸ਼ੁਰੂ ਕਰ ਲਈ। ਸਾਹਿਬ ਆਖਿਆ 10 ਵਸਤੂ ਲੈ ਪਾਛੇ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ, ਏਕ ਭੀ ਨਾ ਦੇ 10 ਭੀ ਹਿਰ ਲੈ, ਤਉ ਮੂੜਾ ਕਉ ਕਹਾਂ ਕਰੇ। ਆਪਾਂ ਇਨਸਾਨੀ ਤੌਰ ਤੇ ਸਮਾਜ ਦੇ ਵਿੱਚ ਹੀ ਵੇਖੀਏ ਨਾ, ਕੋਈ ਬੰਦਾ ਸਾਡੇ ਘਰ ਚੱਲ ਕੇ ਆਵੇ, 2-4 ਵਾਰਾਂ ਆਪਾਂ ਉਹਦੀ ਮਦਦ ਕਰ ਦਈਏ ਤੇ ਆਪਾਂ ਇਸ ਗੱਲ ਦਾ ਅਹਿਸਾਸ ਰੱਖਾਂਗੇ ਵੀ ਆਪਾਂ ਇਹਦੇ ਔਖੇ ਵੇਲੇ ਇਹਦੇ ਕੰਮ ਆਏ ਆ। ਜਦੋਂ ਕਿਤੇ ਫੇਰ ਉਹ ਆਵੇ 5ਵੀਂ-6ਵੀਂ ਵਾਰ, ਤੁਸੀਂ ਉਹਦੀ ਮਦਦ ਨਾ ਕਰੋ ਤੇ ਉਹ ਤੁਹਾਨੂੰ ਉਲਾਮਾ ਦੇ ਕੇ ਚਲਿਆ ਜਾਏ ਤੇ ਤੁਹਾਨੂੰ ਕਿਦਾਂ ਦਾ ਲੱਗੇਗਾ? ਤੁਸੀਂ ਮਨ ਵਿੱਚ ਇੱਕ ਵਾਰ ਤਾਂ ਇਹ ਸੋਚੋਗੇ ਨਾ ਵੀ ਇੰਨੀ ਵਾਰ ਇਹਦੇ ਔਖੇ ਵੇਲੇ ਇਹਦੀ ਬਾਹ ਫੜੀ ਹੈ, ਉਹ ਇਹਦੇ ਚੇਤੇ ਵਿੱਚ ਨਹੀਂ। ਅੱਜ ਜੇ ਅਸੀਂ ਇਹਦੀ ਕੋਈ ਸਹਾਇਤਾ ਨਹੀਂ ਕਰ ਸਕੇ ਤੇ ਇਹਨੇ ਸਾਡੇ ਤੇ ਗਿਲਾ ਕਰ ਦਿੱਤਾ, ਇਹ ਸਾਡੇ ਨਾਲ ਸ਼ਿਕਵੇ ਕਰਦਾ। ਆਮ ਤੌਰ ਤੇ ਆਪਾਂ ਇਹ ਗੱਲ ਸੋਚਾਂਗੇ। ਤੇ ਹੁਣ ਇਹਨੂੰ ਦੂਜੇ ਪਾਸੇ ਲੈ ਜਾਈਏ। ਰੱਬ ਕਰਤਾ ਪੁਰਖ ਵਾਹਿਗੁਰੂ ਜੀ ਨੇ ਜਿਉਂ ਤੋਂ ਮਾਂ ਦੀ ਕੁੱਖ ਅੰਦਰ ਸਰੀਰ ਘੜਿਆ ਸਿਰਜਿਆ ਗਿਆ, ਤਿਉਂ ਤੋਂ ਸਾਡੀ ਪ੍ਰਤਪਾਲਣਾ ਕੀਤੀ ਹੈ। ਆਪਾਂ ਜੀਵਨ ਵਿੱਚ ਵਿਚਰਦੇ ਗਏ ਤੇ ਸਾਨੂੰ ਦਾਤਾਂ ਪ੍ਰਾਪਤ ਹੁੰਦੀਆਂ ਗਈਆਂ। ਕੋਈ ਵੇਲਾ ਇਦਾਂ ਦਾ ਆਇਆ ਜਦੋਂ ਅਸੀਂ ਗੁਰੂ ਦੇ ਕੋਲੋਂ ਦਾਤ ਮੰਗੀ ਤੇ ਉਸ ਦਾਤ ਨੇ ਸਾਡੇ ਜੀਵਨ ਦੇ ਵਿੱਚ ਜਿਹੜਾ ਸੀ ਜਾਂ ਸਾਡੇ ਭਾਗਾਂ ਵਿੱਚ ਨਹੀਂ ਲਿਖੀ, ਉਹ ਪ੍ਰਾਪਤ ਨਾ ਹੋਈ ਤੇ ਆਪਾਂ ਗੁਰੂ ਨੂੰ ਉਲਾਮਾ ਦਈਏ ਵੀ ਮਹਾਰਾਜ ਆਹ ਚੀਜ਼ ਮੰਗੀ ਸੀ, ਮਿਲੀ ਨਹੀਂ, ਸਾਨੂੰ ਸ਼ੋਭਦੀ ਨਹੀਂ ਇਹ ਗੱਲ। ਸਾਹਿਬ ਆਖਿਆ ਏਕ ਬਸਤ ਕਾਰਨ 10 ਤਾਂ ਲੈ ਲਈਆਂ, ਉਹ ਹੰਡਾਈਆਂ ਵਰਤੀਆਂ ਨੇ, ਇੱਕ ਨਹੀਂ ਮਿਲੀ ਤੇ ਬਿਖੋਟ ਗਵਾਵੇ। ਇੱਕ ਦੇ ਕਰਕੇ ਗੁਰੂ ਨਾਲੋਂ ਸਾਂਝ ਤੋੜ ਲੈਣੀ, ਇਹ ਕੋਈ ਕਰਮ ਜਿਹੜਾ ਬਹੁਤਾ ਚੰਗਾ ਨਹੀਂ ਹੈ। ਤੇ ਮਹਾਰਾਜ ਨੇ ਅੱਗੇ ਇੱਕ ਵਚਨ ਹੋਰ ਵੀ ਆਖਿਆ, ਸਾਹਿਬ ਕਹਿੰਦੇ ਏਕ ਭੀ ਨਾ ਦੇ 10 ਭੀ ਹਿਰ ਲੈ। ਵੈਸੇ ਅਕਾਲ ਪੁਰਖ ਵਾਹਿਗੁਰੂ ਦਾ ਸੁਭਾਅ ਇਹ ਨਹੀਂ ਹੈ ਵੀ ਦਿੱਤੀ ਹੋਈ ਦਾਤ ਨੂੰ ਉਹ ਵਾਪਸ ਮੰਗ ਲਵੇ, ਨਹੀਂ, ਸੰਸਾਰੀ ਪਦਾਰਥ ਦਿੰਦਾ, ਤੁਸੀਂ ਵਰਤਦੇ ਹੋ। ਪਰ ਮਿਸਾਲ ਦੇ ਤੌਰ ਤੇ ਸਤਿਗੁਰੂ ਕਹਿੰਦੇ ਵੀ ਉਹ ਇੱਕ ਵੀ ਨਾ ਦਵੇ ਤੇ ਜਿਹੜੀਆਂ 10 ਦਿੱਤੀਆਂ ਸੀ ਉਹ ਵੀ ਵਾਪਸ ਮੰਗ ਲਵੇ। ਤਉ ਮੂੜਾ ਕਉ ਕਹਾਂ ਕਰੇ। 10 ਮਨਾ ਤੂੰ ਆਪਣੀ ਮੂਰਖਤਾ ਕਰਕੇ ਬਿਖੋਟ ਸਾਂਝ ਜਿਹੜੀ ਉਹ ਤੋੜ ਰਿਹਾ,
ਆਪਣੀ ਮੂਰਖਤਾ ਦੇ ਕਰਕੇ ਗੁਰੂ ਦੇ ਨਾਲ ਤੂੰ ਜਿਹੜਾ ਹੈ ਉਹ ਸ਼ਰੀਕੇਬਾਜ਼ੀ ਪਿਆ ਕਰਦਾ ਹੈ। ਪਰ ਜੇ ਉਹ ਆਪਣੀ ਇੱਕ ਵਸਤ ਵੀ ਮੰਗਣ ਤੇ ਆ ਜਾਵੇ, 10 ਵੀ ਵਾਪਸ ਲੈ ਲਵੇ, ਇੱਕ ਦੇਣੀ ਤਾਂ ਕੀ 10 ਮੰਗ ਲਵੇ ਵਾਪਸ, ਤਾਂ ਤੂੰ ਕੁਝ ਕਰ ਸਕਦਾ ਹੈ? ਤੇਰੇ ਕੋਲੋਂ ਕੁਝ ਨਹੀਂ ਹੋਵੇਗਾ, ਕਿਉਂਕਿ ਮਾਲਕ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਹੈ, ਉਹਦੀਆਂ ਦਾਤਾਂ ਹੈ। ਜੇ ਉਹ ਵਾਪਸ ਲੈ ਲਵੇ ਤੂੰ ਕੀ ਕਰੇਗਾ? ਤਾਂ ਅੱਗੇ ਮਹਾਰਾਜ ਨੇ ਹੱਲ ਇੱਕ ਦੱਸਿਆ। ਸਾਹਿਬ ਕਹਿੰਦੇ ਪਤਾ ਸਿੱਖ ਨੂੰ ਕੀ ਕਰਨਾ ਚਾਹੀਦਾ? ਸਤਿਗੁਰੂ ਆਖਿਆ, ਜਿਸ ਠਾਕੁਰ ਸਿਓ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਜਿੱਥੇ ਸਾਡਾ ਕੋਈ ਜ਼ੋਰ ਨਹੀਂ ਹੈ, ਸੰਸਾਰ ਦੇ ਵਿੱਚ ਬੰਦਾ ਕਹਿੰਦਾ ਵੀ ਮੇਰਾ ਫਲਾਣੇ ਥਾਂ ਜ਼ੋਰ ਚੱਲਦਾ ਹੈ, ਮੇਰਾ ਉੱਥੇ ਕਹਿਆ ਹੋਇਆ ਬੋਲ ਉਹਨਾਂ ਨੇ ਸਤ ਕਰਕੇ ਮੰਨ ਲੈਣਾ, ਸੰਸਾਰ ਵਿੱਚ ਇਹ ਕੁਝ ਚੱਲ ਜਾਂਦਾ ਹੈ। ਗੁਰੂ ਦੇ ਅੱਗੇ ਜ਼ੋਰ ਨਹੀਂ, ਇੱਥੇ ਅਰਦਾਸ ਚੱਲਦੀ ਹੈ। ਗੁਰੂ ਦੇ ਅੱਗੇ ਹੱਥ ਜੁੜੇ ਹੀ ਸ਼ੋਭਾ ਪਾਉਂਦੇ ਨੇ। ਸਾਹਿਬ ਦੀ ਬਾਣੀ ਨੇ ਆਖਿਆ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ, ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੈ ਅਰਦਾਸ। ਮਾਲਕ ਦੇ ਅੱਗੇ ਨੌਕਰ ਦੀ ਹੈਸੀਅਤ ਕੀ ਹੈ? ਉਹ ਤੇ ਮਾਲਕ ਦੇ ਅੱਗੇ ਤੇ ਉਹਦੇ ਹੱਥ ਜੁੜੇ ਹੀ ਸ਼ੋਭਦੇ ਨੇ। ਮਾਲਕ ਦੇ ਅੱਗੇ ਤੇ ਉਹਦੀ ਬੇਨਤੀ ਹੀ ਚੱਲੇਗੀ, ਹੁਕਮ ਨਹੀਂ ਚੱਲੇਗਾ। ਹੁਕਮ ਤਾਂ ਮਾਲਕ ਕਰੇਗਾ, ਹੁਕਮ ਤਾਂ ਮਾਲਕ ਦਾ ਹੈ, ਤੇ ਉਹ ਹਰ ਹਾਲ ਦੇ ਵਿੱਚ ਨੌਕਰ ਨੂੰ ਜਿਹੜਾ ਹੈ ਉਹ ਮੰਨਣਾ ਹੀ ਪੈਂਦਾ। ਸਾਹਿਬ ਆਖਿਆ, ਜਿਸ ਕਰਤਾ ਪੁਰਖ ਵਾਹਿਗੁਰੂ ਜੀ ਨੇ ਹੁਣ ਤੱਕ ਇੰਨੀਆਂ ਦਾਤਾਂ ਦੇ ਕੇ ਨਵਾਜਿਆ, ਉਹਦਾ ਧੰਨਵਾਦ ਕਰੀਏ, ਉਹਨੂੰ ਭਲਾ ਆਖੀਏ, ਉਹਦੀ ਯਾਦ ਵਿੱਚ ਜੁੜ ਕੇ ਉਹਦਾ ਸ਼ੁਕਰ ਕਰੀਏ, ਤਾਂ ਕਿ ਆਪਣੇ ਜੀਵਨ ਦੇ ਅੰਦਰ ਜਿੰਨਾ ਸਮਾਂ ਰਹਿੰਦਾ ਹੈ ਉਸ ਸਮੇਂ ਦੇ ਵਿੱਚ ਵਿਚਰਦਿਆਂ ਹੋਇਆਂ ਮਨ ਇਕਾਗਰ ਹੋ ਕੇ ਤੇ ਮਨ ਸੰਤੁਸ਼ਟ ਹੋ ਜਾਵੇ। ਇੱਕ ਇਹ ਵੀ ਬੜੀ ਵੱਡੀ ਗੱਲ ਹੈ ਕਿ ਦਾਤਾਂ ਦੇ ਨਾਲ ਬੰਦਾ ਕਦੀ ਰੱਜਿਆ ਨਹੀਂ, ਪਦਾਰਥਾਂ ਦੇ ਨਾਲ ਬੰਦੇ ਦੀ ਤ੍ਰਿਪਤੀ ਕਦੇ ਨਹੀਂ ਹੁੰਦੀ। ਤ੍ਰਿਪਤੀ ਦਾ ਇੱਕੋ ਇੱਕ ਸਾਧਨ ਹੈ, ਉਹ ਹੈ ਨਾਮ, ਜਿਹਨੂੰ ਸਾਹਿਬ ਨੇ ਬਾਣੀ ਵਿੱਚ ਇਉਂ ਆਖਿਆ। ਸਤਿਗੁਰੂ ਆਖਦੇ ਨੇ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਇੱਕ ਭੋਜਨ ਹੈ ਸੰਸਾਰੀ, ਜਿਹੜਾ ਅਸੀਂ ਦਿਨ ਵਿੱਚ ਆਪਣੀ ਲੋੜ ਅਨੁਸਾਰ 2 ਜਾਂ 3 ਵੇਲੇ ਛਕਦੇ ਹਾਂ। ਉਹ ਬਾਰ-ਬਾਰ ਤਾਂ ਛਕੀਦਾ ਵੀ ਪੇਟ ਦਾ ਸੁਭਾਅ ਹੈ, ਉਹਦਾ ਕਰਮ ਹੈ ਕਿ ਉੱਥੇ ਭੁੱਖ ਵਿਆਪੇਗੀ ਜ਼ਰੂਰ। ਇੱਕ ਸੰਸਾਰੀ ਤੌਰ ਤੇ ਭੋਜਨ ਹੈ, ਇੱਕ ਹੈ ਨਾਮ ਰੂਪੀ ਭੋਜਨ। ਉਹਨੂੰ ਛਕਣ ਵਾਸਤੇ ਆਤਮਾ ਤਿਆਰ ਚਾਹੀਦੀ ਹੈ। ਜਦੋਂ ਆਤਮਾ ਨਾਮ ਰੂਪੀ ਭੋਜਨ ਨੂੰ ਛਕਦੀ ਹੈ ਤੇ ਨਾਮ ਵਿੱਚ ਇੰਨੀ ਤਾਕਤ ਹੈ ਵੀ ਸਾਡੀ ਆਤਮਾ ਦੀ ਤ੍ਰਿਪਤੀ ਹੋ ਜਾਂਦੀ। ਫਿਰ ਸੰਸਾਰੀ ਪਦਾਰਥਾਂ ਵਾਲੇ ਪਾਸੇ ਬੰਦਾ ਦੌੜ ਭੱਜ ਘਟਾ ਕੇ ਤੇ ਨਾਮ ਵਾਲੇ ਪਾਸੇ ਦੇ ਆਰ ਵਿੱਚ ਰੁੱਝ ਜਾਂਦਾ ਹੈ। ਕਿਉਂਕਿ ਅਜੇ ਤੱਕ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਸਾਡੇ ਮਨ ਦੇ ਅੰਦਰ ਇੱਕ ਇਹ ਬੜਾ ਵੱਡਾ ਭਰਮ ਹੈ ਕਿ ਸ਼ਾਇਦ ਅਸੀਂ ਕੇਵਲ ਸੰਸਾਰੀ ਫਰਜ਼ ਪੂਰੇ ਕਰਨ ਵਾਸਤੇ ਆਏ ਹਾਂ, ਸ਼ਾਇਦ ਅਸੀਂ ਪਰਿਵਾਰ ਵਾਲੇ ਹਾਂ ਤੇ ਪਰਿਵਾਰ ਦੀ ਪਰਵਰਿਸ਼ ਪਾਲਣਾ ਕਰਨੀ ਹੀ ਸਾਡਾ ਪਰਮ ਫਰਜ਼ ਹੈ। ਨਹੀਂ ਭਾਈ, ਸਤਿਗੁਰੂ ਨੇ ਇਹ ਗ੍ਰਸਤ ਦੀ ਦਾਤ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਦਿੱਤੀ ਹੈ, ਪਰ ਸਤਿਗੁਰਾਂ ਨੇ ਨਾਲ ਗ੍ਰਸਤ ਦੀ ਦਾਤ ਦੇ ਕੇ ਇੱਕ ਬਚਨ ਇਹ ਵੀ ਆਖਿਆ ਸੀ ਕਿ ਮੇਰਾ ਸਿੱਖ ਜੁਗਤ ਦੇ ਦੁਆਰਾ ਗ੍ਰਸਤ ਨੂੰ ਕਮਾਵੇ। ਜਦੋਂ ਚਰਪਟ ਜੋਗੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਸਵਾਲ ਕਰਦਾ ਹੈ ਨਾ, ਤੇ ਉਹਨੇ ਮਹਾਰਾਜ ਜੀ ਨੂੰ ਸਵਾਲ ਕੀਤਾ ਵੀ ਸੱਚੇ ਪਾਤਸ਼ਾਹ, ਇਹ ਸੰਸਾਰ ਤੇ ਬਹੁਤ ਔਖੀ ਘਾਟੀ ਹੈ, ਸੰਸਾਰ ਦੇ ਭਵ ਸਾਗਰ ਤੋਂ ਪਾਰ ਹੋਣਾ ਕੋਈ ਖੇਡ ਨਹੀਂ ਹੈ, ਇਹਦੇ ਲਈ ਬੜਾ ਜਪ ਤਪ ਚਾਹੀਦਾ, ਬੜੀ ਬੰਦਗੀ, ਬੜਾ ਭਜਨ ਚਾਹੀਦਾ, ਤੇ ਬੰਦਗੀ ਭਜਨ ਕਰਨ ਵਾਸਤੇ ਸਮਾਂ ਚਾਹੀਦਾ। ਮਹਾਰਾਜ, ਮੇਰੇ ਮਨ ਦਾ ਸ਼ੰਕਾ ਹੈ, ਉਹ ਨਿਵਰਤ ਕਰੋ। ਤੁਸੀਂ ਕਹਿੰਦੇ ਹੋ ਵੀ ਅਸੀਂ ਆਪ ਵੀ ਗ੍ਰਸਤੀ ਹੈ ਤੇ ਤੁਹਾਡੇ ਜਿਹੜੇ ਸਿੱਖ ਨੇ ਉਹ ਵੀ ਗ੍ਰਸਤੀ ਨੇ। ਮਹਾਰਾਜ, ਜੇ ਤੁਸੀਂ ਵੀ ਗ੍ਰਸਤੀ, ਤੁਹਾਡੇ ਅੱਗੋਂ ਸਿੱਖ ਗ੍ਰਸਤੀ ਨੇ, ਤੇ ਉਹ ਬੰਦਗੀ ਭਜਨ ਕਿਹੜੇ ਸਮੇਂ ਕਰਨਗੇ? ਉਹ ਸੰਸਾਰ ਵਿੱਚ ਵਿਚਰ ਕੇ ਰੱਬ ਦੀ ਪ੍ਰਾਪਤੀ ਕਿਵੇਂ ਕਰਨਗੇ? ਉਹ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਭਵ ਸਾਗਰ ਤੋਂ ਕਿਵੇਂ ਪਾਰ ਹੋਣਗੇ? ਤੇ ਸਾਹਿਬ ਨੇ ਉੱਥੇ ਇੱਕ ਬੋਲ ਆਖਿਆ, ਚਰਪਟ ਜੋਗੀ ਨੂੰ ਮਹਾਰਾਜ ਨੇ ਆਖਿਆ ਸੀ, ਚਰਪਟ ਕਦੇ ਮੁਰਗਾਬੀ ਵੇਖੀ ਹੈ? ਆਖਣ ਲੱਗਾ, ਹਾਂ ਮਹਾਰਾਜ, ਮੈਂ ਵੇਖੀ ਹੈ, ਤਲਾਬ ਦੇ ਵਿੱਚ, ਉਹ ਦਰਿਆਵਾਂ ਵਿੱਚ ਹੁੰਦੀ ਹੈ, ਛੋਟੇ ਤਲਾਬਾਂ ਛੱਪੜਾਂ ਵਿੱਚ ਹੁੰਦੀ ਹੈ। ਤਲਾਬ ਦੇ ਵਿੱਚ ਇੱਕ ਪਾਸੇ ਤੋਂ ਦੂਜੇ ਪਾਸੇ ਨੂੰ ਜਾਂਦੀ, ਫਿਰ ਵਾਪਸ ਆਉਂਦੀ, ਤਲਾਬ ਦੇ ਚੱਕਰ ਕੱਟਦੀ। ਸਾਹਿਬ ਕਹਿੰਦੇ ਮੁਰਗਾਬੀ ਦਾ ਇੱਕ ਗੁਣ ਵੇਖਿਆ ਕਿ ਜਦੋਂ ਉਹ ਪਾਣੀ ਵਿੱਚ ਉਤਰਦੀ ਏ, ਆਪਣੇ ਖੰਭ ਉੱਚੇ ਕਰ ਲੈਂਦੀ, ਆਪਣੇ ਖੰਭਾਂ ਨੂੰ ਉਹ ਗਿੱਲਿਆਂ ਨਹੀਂ ਹੋਣ ਦਿੰਦੀ। ਕਹਿਣ ਲੱਗਾ, ਹਾਂ ਮਹਾਰਾਜ,
ਮੈਂ ਵੇਖਿਆ ਵੀ ਮੁਰਗਾਬੀ ਜਦੋਂ ਪਾਣੀ ਵਿੱਚ ਤੈਰਦੀ ਹੈ ਤੇ ਉਹ ਖੰਭਾਂ ਨੂੰ ਪਾਣੀ ਨਹੀਂ ਲੱਗਣ ਦਿੰਦੀ। ਸਾਹਿਬ ਆਖਣ ਲੱਗੇ ਬਿਲਕੁਲ ਇਸੇ ਤਰ੍ਹਾਂ ਇਸ ਸੰਸਾਰ ਵਿੱਚ ਭਾਵੇਂ ਪਦਾਰਥਾਂ ਦੀ ਭੱਜ ਦੌੜ ਹੈ, ਇਸ ਸੰਸਾਰ ਵਿੱਚ ਭਾਵੇਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਈਰਖਾ, ਦਵੈਸ਼ ਇਤਿਆਦ ਬੜੇ ਔਗਣ ਨੇ, ਪਰ ਮੇਰਾ ਸਿੱਖ ਮੁਰਗਾਬੀ ਦੇ ਵਾਂਗ ਸੰਸਾਰ ਵਿੱਚ ਵਿਚਰੇਗਾ। ਜਿਵੇਂ ਉਹ ਤਲਾਬ ਵਿੱਚ ਜਾਵੇ ਖੰਭ ਗਿਲੇ ਨਹੀਂ ਹੋਵਣ ਦਿੰਦੀ, ਇਸੇ ਤਰ੍ਹਾਂ ਮੇਰੇ ਸਿੱਖ ਦੀ ਆਤਮਾ ਤੇ ਇਹਨਾਂ ਵਿਕਾਰਾਂ ਦਾ ਅਸਰ ਕੋਈ ਨਹੀਂ, ਕਿਉਂਕਿ ਉਹਨੇ ਨਾਮ ਨਾਲ ਜੁੜ ਜਾਣਾ ਹੈ। ਦੂਜੀ ਉਦਾਹਰਣ ਦਿੱਤੀ। ਸਾਹਿਬ ਆਖਿਆ ਚਰਪਟ ਕਮਲ ਦਾ ਫੁੱਲ ਕਿੱਥੇ ਖਿੜਦਾ ਹੈ? ਕਹਿਣ ਲੱਗਾ ਜੀ ਚਿੱਕੜ ਵਿੱਚ। ਤੇ ਸਾਹਿਬ ਕਹਿੰਦੇ ਕਦੀ ਕਮਲ ਦੀਆਂ ਪੱਤੀਆਂ ਤੇ ਚਿੱਕੜ ਵੇਖਿਆ? ਆਖਣ ਲੱਗਾ ਨਾ ਮਹਾਰਾਜ, ਉਹ ਪੱਤੀਆਂ ਏਡੀਆਂ ਕੋਮਲ ਹੁੰਦੀਆਂ ਨੇ, ਉਹਨਾਂ ਤੇ ਉੱਪਰੋਂ ਤਰੇਲ ਦੀ ਇੱਕ ਬੂੰਦ ਵੀ ਪਵੇ ਤੇ ਉਹ ਬੂੰਦ ਵੀ ਤਿਲਕ ਕੇ ਹੇਠਾਂ ਚਿੱਕੜ ਵਿੱਚ ਜਾ ਪੈਂਦੀ, ਉਹ ਬੂੰਦ ਵੀ ਪੱਤੀਆਂ ਤੇ ਨਹੀਂ ਟਿਕਦੀ। ਸਾਹਿਬ ਕਹਿੰਦੇ ਮੇਰੇ ਸਿੱਖ ਕਮਲ ਵਰਗੇ ਹੋਣਗੇ, ਉਹਨਾਂ ਦੇ ਹਿਰਦੇ ਉੱਪਰ ਨਾਮ ਨੂੰ ਜਪਣ ਕਰਕੇ ਇੰਨੀ ਕੋਮਲਤਾ ਆ ਜਾਵੇਗੀ, ਇਹਨਾਂ ਉਹ ਸੰਸਾਰ ਦੇ ਪਦਾਰਥਾਂ ਨੂੰ ਹੰਢਾਉਣਗੇ ਜ਼ਰੂਰ, ਪਰ ਆਪਣੇ ਮਨ ਦੇ ਉੱਤੇ ਕਦੀ ਸੰਸਾਰ ਦੇ ਪਦਾਰਥਾਂ ਦਾ ਅਸਰ ਨਹੀਂ ਲੈ ਕੇ ਆਉਣਗੇ। ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਸੀਸ ਹੈ ਸਾਨੂੰ। ਸਾਹਿਬ ਨੇ ਇਹ ਅਸੀਸ ਦਿੱਤੀ ਹੈ ਵੀ ਰਹਿਣਾ ਅਸੀਂ ਘਰ ਪਰਿਵਾਰ ਵਿੱਚ ਹੈ, ਸੰਸਾਰ ਦੇ ਫਰਜ਼ ਵੀ ਪੂਰੇ ਕਰੀਏ ਤੇ ਪਰ ਨਾਲ ਨਾਲ ਆਪਾਂ ਕਿਰਤਕਾਰ ਕਰਦਿਆਂ ਹੋਇਆਂ ਨਿਰੰਕਾਰ ਦੀ ਯਾਦ ਵਿੱਚ ਵੀ ਜ਼ਰੂਰ ਜੁੜੀਏ। ਭਗਤ ਸਾਹਿਬਾਨ ਜੀ ਦਾ ਆਪਾਂ ਬੋਲ ਪੜ੍ਹਦੇ ਹਾਂ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਹ ਹੱਥ ਕਿਰਤ ਕਰਨ, ਪੈਰ ਕਿਰਤ ਵਾਲੇ ਪਾਸੇ ਜਾਣ, ਉੱਥੇ ਸਰੀਰ ਜੁੜੇ, ਪਰ ਜਿਹੜਾ ਚਿੱਤ ਦਾ ਜੁੜਨਾ ਹੈ ਉਹਦੇ ਵਾਸਤੇ ਨਿਰੰਕਾਰ ਤੋਂ ਵੱਡੀ ਗੁਰੂ ਕੀ ਬਾਣੀ, ਗੁਰੂ ਕੇ ਸ਼ਬਦ ਤੋਂ ਵਧੀਆ ਥਾਂ ਕੋਈ ਨਹੀਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ, ਸਾਨੂੰ ਇਹ ਸਮਝ ਆਵੇ ਗੁਰੂ ਕੇ ਬੋਲਾਂ ਵਿੱਚੋਂ ਸਿੱਖਿਆ ਪ੍ਰਾਪਤ ਹੁੰਦੀ ਹੈ। ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਏ ਠਾਉ। ਸਾਹਿਬ ਆਖਿਆ ਹਿਰਦੇ ਵਿੱਚ ਪ੍ਰਭੂ ਵਸ ਜਾਵੇ, ਇਸ ਰਸਨਾ ਦੇ ਉੱਤੋਂ ਪ੍ਰਭੂ ਦੀ ਵਡਿਆਈ ਕੀਰਤੀ ਕਰੀਏ, ਗੁਰੂ ਕੀ ਬਾਣੀ ਪੜ੍ਹੀਏ, ਨੇਤਰਾਂ ਨਾਲ ਗੁਰੂ ਦੇ ਦੀਦਾਰ ਹੋਵਣ, ਜੀਵਨ ਦੇ ਅੰਦਰ ਇਹ ਕਰਮ ਸ਼ਾਮਲ ਕਰੀਏ। ਜਦੋਂ ਗੁਰੂ ਨਾਲ ਜੁੜਾਂਗੇ ਤੇ ਗੁਰੂ ਨਾਲ ਜੁੜਿਆ ਹੋਇਆ ਸਿੱਖ ਰੱਬੀ ਦਰਗਾਹ ਦੇ ਅੰਦਰ ਉਹਦੀ ਇੱਜ਼ਤ ਪਾਤ ਤੇ ਪੈਜ ਜਿਹੜੀ ਹੈ ਉਹ ਬਣ ਆਉਂਦੀ ਹੈ। ਸਾਹਿਬ ਦਾ ਬਚਨ ਆਪਾਂ ਰੋਜ਼ ਪੜ੍ਹਦੇ ਹਾਂ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਅਸੀਂ ਸੰਸਾਰੀ ਤੌਰ ਤੇ ਜਦੋਂ ਵਿਚਰਦੇ ਹਾਂ, ਸਾਡਾ ਇਹ ਸੁਭਾਅ ਹੈ ਵੀ ਅਸੀਂ ਸੰਸਾਰ ਦੇ ਵਿੱਚ ਬਣ ਫੱਬ ਕੇ ਰਹੀਏ ਤਾਂ ਕਿ ਸੋਹਣੇ ਲੱਗ ਸਕੀਏ। ਪਰ ਸਾਹਿਬ ਨੂੰ ਪੁੱਛੀਏ ਮਹਾਰਾਜ ਸੋਹਣੇ ਕੌਣ ਹੈ? ਤਾਂ ਸਤਿਗੁਰੂ ਆਖਦੇ ਨੇ ਉਜਵਲ ਮੁਖ ਵਾਲੇ ਉਹ ਸੁਨੱਖੇ ਨੇ ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਹੈ, ਉਹਨਾਂ ਦੇ ਚਿਹਰੇ ਦੀ ਰੌਣਕ ਸੰਸਾਰ ਦੀ ਰੌਣਕ ਤੋਂ ਵੱਖਰੀ ਹੋਵੇਗੀ। ਆਪਾਂ ਲੱਖ ਯਤਨ ਕਰੀਏ ਬਾਹਰੀ ਪਦਾਰਥਾਂ ਨਾਲ ਤਨ ਨੂੰ ਸ਼ਿੰਗਾਰਨ ਦਾ, ਆਪਾਂ ਲੱਖ ਮਹਿੰਗਾ ਕੱਪੜਾ ਪਾਈਏ, ਗਹਿਣੇ ਸ਼ਿੰਗਾਰ ਕਰ ਲਈਏ, ਪਰ ਅਸਲ ਸ਼ਿੰਗਾਰ ਨਾਮ ਦਾ ਹੈ। ਆਤਮਾ ਨਾਮ ਵਿੱਚ ਜੁੜ ਜਾਵੇ, ਸਰੀਰ ਨੂੰ ਸਜਾਉਣ ਦੀ ਲੋੜ ਨਹੀਂ ਹੈ। ਸਰੀਰ ਆਪਣੇ ਆਪ ਸੇਵਾ ਕਰਨ ਤੋਂ ਬਾਅਦ ਗੁਰੂ ਨੂੰ ਪ੍ਰਵਾਨ ਹੋ ਜਾਵਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਸੇਵਕ ਪਰਿਵਾਰ ਸਤਿਕਾਰਯੋਗ ਭਾਈ ਅਵਤਾਰ ਸਿੰਘ ਜੀ, ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ, ਉਹ ਆਪਣੀ ਸਰਵਿਸ ਤੋਂ ਸੇਵਾ ਮੁਕਤ ਹੋਏ ਨੇ। ਸਤਿਗੁਰਾਂ ਦਾ ਸ਼ੁਕਰਾਨਾ ਕੀਤਾ ਹੈ ਕਿ ਗਰੀਬ ਨਿਵਾਜ ਮਹਾਰਾਜ ਜੀ ਨੇ ਕਿਰਪਾ ਕੀਤੀ। ਇਸ ਸਮੇਂ ਸਤਿਗੁਰਾਂ ਨੇ ਸੇਵਕਾਂ ਦੀ ਝੋਲੀ ਵਿੱਚ ਪਾਏ ਨੇ, ਔਰ ਸਤ ਸੰਗਤ ਦਾ ਵੱਡਾ ਮਹਾਤਮ। ਸ਼ੁਕਰਾਨਾ ਤਾਂ ਪਰਿਵਾਰ ਆਪ ਵੀ ਗੁਰੂ ਜੀ ਦਾ ਕਰ ਸਕਦਾ ਸੀ, ਅਖੰਡ ਪਾਠ ਸਾਹਿਬ ਇਕੱਲੇ ਵੀ ਕਰਵਾ ਸਕਦੇ ਸੀ, ਪਰ ਸੰਗਤ ਨੂੰ ਸੱਦਿਆ ਗਿਆ, ਇਹ ਵੀ ਇੱਕ ਕਾਰਨ ਹੈ। ਤੁਸੀਂ ਸਾਰੇ ਆਏ ਹੋ, ਤੁਹਾਨੂੰ ਸੁਨੇਹਾ ਭਾਵੇਂ ਪਰਿਵਾਰ ਵੱਲੋਂ ਮਿਲਿਆ ਹੈ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਪਾਂ ਮੱਥਾ ਟੇਕ ਲਿਆ, ਨਮਸਕਾਰ ਕਰ ਲਈ, ਤੇ ਇੱਥੇ ਕੇਵਲ ਪਰਿਵਾਰ ਦੀ ਸਾਂਝ ਜਾਂ ਲੋਕਾਚਾਰੀ ਨਹੀਂ ਰਹਿ ਜਾਂਦੀ, ਇੱਥੇ ਗੁਰੂ ਤੇ ਸਿੱਖ ਵਾਲਾ ਇੱਕ ਨਾਤਾ ਹੈ। ਯਤਨ ਕਰੀਏ ਜਦੋਂ ਜਦੋਂ ਵੀ ਸੰਗਤ ਕਰੀਏ, ਉਸ ਨਾਤੇ ਨੂੰ ਕਮਾਉਣ ਦਾ ਜਿਹੜਾ ਹੈ ਨਾ ਯਤਨ ਕਰੀਏ ਕਿ ਆਪਾਂ ਗੁਰੂ ਕੇ ਸ਼ਬਦ ਨੂੰ ਸੁਣੀਏ, ਕੀਰਤਨ ਕਥਾ ਜੋ ਵੀ ਹੋ ਰਿਹਾ ਹੈ ਗੁਰੂ ਕੇ ਬਚਨਾਂ ਨੂੰ ਮਨ ਲਾ ਕੇ ਸੁਣੀਏ, ਤਾਂ ਕਿ ਸਤ ਸੰਗਤ ਵਿੱਚ ਬਹਿ ਕੇ ਬਿਤਾਇਆ ਹੋਇਆ ਇਹ ਸਮਾਂ ਸਫਲ ਹੋ ਸਕੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ।
ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਕਰਨਾ। ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰਿਓ। ਕੋਟਾਨ ਕੋਟ ਸ਼ੁਕਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਨੇ ਕਿਰਪਾ ਕੀਤੀ, ਬਲ ਬਖਸ਼ਿਆ, ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਹੈ। ਸਮੂਹ ਪਰਿਵਾਰ ਦਾ ਧੰਨਵਾਦ, ਆਪ ਸੰਗਤਾਂ ਦਾ ਧੰਨਵਾਦ। ਆਓ ਹੁਣ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦੇ ਜਾਪ